ਹੈਲੋ ਐਂਡ ਸਤਿ ਸ਼੍ਰੀ ਅਕਾਲ ਜੀ ਸਭ ਨੂੰ। IPC ਦੇ YouTube ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵੈਲਕਮ ਟੂ IPC ਇੰਸਟੀਚਿਊਟ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੀ GK ਦੀ ਇੱਕ ਸਪੈਸ਼ਲ ਸੀਰੀਜ਼, ਇੱਕ ਸਪੈਸ਼ਲ ਬੈਚ ਚੱਲ ਰਿਹਾ ਹੈ। ਇਸ ਬੈਚ ਦੇ ਵਿੱਚ ਆਪਣਾ ਅੱਜ ਦਾ ਲੈਕਚਰ ਰਹਿਣ ਵਾਲਾ ਹੈ ਹਿਸਟਰੀ ਦੇ ਉੱਪਰ, ਇਤਿਹਾਸ ਦੇ ਉੱਪਰ, ਅਤੇ ਇਹ ਹਿਸਟਰੀ ਦਾ 7ਵਾਂ ਲੈਕਚਰ ਹੈ। ਇਸ ਲੈਕਚਰ ਦੇ ਵਿੱਚ ਆਪਾਂ ਕਵਰ ਕਰਾਂਗੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਕੁਛ ਫੈਕਟ। ਇਸ ਤੋਂ ਪਹਿਲਾਂ ਆਪਣਾ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਇੱਕ ਪਾਰਟ ਆ ਚੁੱਕਿਆ ਹੈ, ਜਿਹਦੇ ਵਿੱਚ ਆਪਣੇ ਟਾਊਨ ਪਲੈਨਿੰਗ, ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਪਹਿਲਾਂ ਦਾ ਸਮਾਂ, ਇਹ ਸਭ ਕੁਛ ਕਵਰ ਕੀਤਾ। ਅਤੇ ਹੁਣ ਤੱਕ ਹਿਸਟਰੀ ਦੇ 6 ਲੈਕਚਰ ਹੋ ਚੁੱਕੇ ਨੇ। ਫਸਟ 3 ਲੈਕਚਰਸ ਸਾਡੇ YouTube ਚੈਨਲ ਉੱਤੇ ਬਿਲਕੁਲ ਫਰੀ ਪਏ ਨੇ, ਜਿਸ ਦੇ ਵਿੱਚ ਇੰਟਰੋਡਕਸ਼ਨ ਆਫ ਹਿਸਟਰੀ ਤੁਸੀਂ ਪੜ੍ਹ ਸਕਦੇ ਹੋ। ਇੰਟਰੋ ਜੋ ਹਿਸਟਰੀ ਦਾ ਪੂਰਾ ਸੀਗਾ, ਉਸ ਦੇ ਵਿੱਚ ਕਲਾਸੀਫਿਕੇਸ਼ਨ ਆਫ ਹਿਸਟਰੀ ਜੋ ਸ਼ਾਇਦ ਹੀ ਤੁਹਾਨੂੰ ਕਿਤੇ ਪੜ੍ਹਨ ਨੂੰ ਮਿਲੇ, ਉਹ ਵੀ ਅਸੀਂ ਪੜ੍ਹਾਈ ਹੈ। ਫਸਟ 3 ਲੈਕਚਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ। ਡੈਮੋ ਚੈੱਕ ਕਰੋ, ਪਸੰਦ ਆਇਆ ਤਾਂ ਨੇਮ ਰਜਿਸਟਰ ਕਰਾਓ ਇਸ ਬੈਚ ਦੇ ਵਿੱਚ। ਇਸ ਬੈਚ ਦੇ ਵਿੱਚ ਨੇਮ ਰਜਿਸਟਰ ਕਰਾਉਣ ਲਈ ਤੁਹਾਨੂੰ ਨੀਚੇ ਦਿੱਤੇ ਗਏ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਗਏ ਨੇਗੇ। ਉਹਨਾਂ ਨੰਬਰਸ ਦੇ ਵਿੱਚੋਂ ਜਿਸ ਮਰਜ਼ੀ ਨੰਬਰ ਦੇ ਉੱਤੇ ਤੁਸੀਂ ਕਾਲ ਜਾਂ ਮੈਸੇਜ ਕਰਕੇ ਆਪਣਾ ਨੇਮ ਰਜਿਸਟਰ ਕਰਵਾ ਸਕਦੇ ਹੋ। ਤਾਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਆਈ ਇੰਟਰੋਡਿਊਸ ਮਾਈ ਸੈਲਫ। ਮਾਈ ਨੇਮ ਇਜ਼ ਬਲਰਾਜ ਸੋਮਲ ਐਂਡ ਦਿਸ ਲੈਕਚਰ ਇਜ਼ ਪ੍ਰੈਜੈਂਟਡ ਬਾਈ ਮੀ। ਆਈ ਐਮ ਏ GK ਟੀਚਰ। ਮੈਂ ਇੱਕ GK ਦਾ ਟੀਚਰ ਹਾਂ। ਉਸ ਦੇ ਨਾਲ ਹੀ IPC ਇੰਸਟੀਚਿਊਟ, ਇਹ ਮੇਰਾ ਆਪਣਾ ਇੰਸਟੀਚਿਊਟ ਹੈ, ਠੀਕ ਹੈ ਜੀ। ਆਈ ਐਮ ਦਾ ਓਨਰ ਆਫ IPC ਇੰਸਟੀਚਿਊਟ। ਅਤੇ ਇਸ ਦੇ ਨਾਲ ਹੀ ਮੇਰੇ 2 ਪਾਰਟਨਰਸ ਨੇ, ਸੰਜੀਵ ਸਰ ਅਤੇ ਅਮਿਤ ਸਰ। ਤਾਂ ਤੁਹਾਨੂੰ ਉਹਨਾਂ ਦੀਆਂ ਵੀਡੀਓਜ਼, ਸੰਜੀਵ ਸਰ ਇੰਗਲਿਸ਼ ਦੇ ਵਿੱਚ ਆਪਣਾ ਇੰਗਲਿਸ਼ ਟੀਚ ਕਰਦੇ ਨੇ, ਅਤੇ ਅਮਿਤ ਸਰ ਰੀਜ਼ਨਿੰਗ ਟੀਚ ਕਰਦੇ ਨੇ। ਇਹ ਰੀਜ਼ਨਿੰਗ ਦੇ ਨਾਲ ਤੁਹਾਨੂੰ ਉਹਨਾਂ ਦੀਆਂ ਕੰਪਿਊਟਰਸ ਦੀਆਂ ਜੋ ਵੀਡੀਓਜ਼ ਨੂੰ ਬਿਲਕੁਲ ਫਰੀ ਮਿਲਣਗੀਆਂ ਅਮਿਤ ਸਰ ਦੀਆਂ YouTube ਦੇ ਉੱਪਰ। ਤਾਂ ਹੁਣ PSSB ਦਾ ਜੋ ਪੇਪਰ ਆ ਰਹੇ ਨੇ, PSSB ਪੇਪਰ ਦੇ ਵਿੱਚ ਕੰਪਿਊਟਰ ਐਂਡ ਪੰਜਾਬੀ ਇਹ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੀ ਹੈ। ਤਾਂ ਕੰਪਿਊਟਰ ਦੀ ਜੋ ਵੀਡੀਓਜ਼ ਨੇ ਤੁਹਾਨੂੰ ਬਿਲਕੁਲ ਫਰੀ ਮਿਲਣਗੀਆਂ ਸਾਡੇ YouTube ਚੈਨਲ ਦੇ ਉੱਤੇ। ਅਤੇ ਪੰਜਾਬੀ ਦੀ ਵੀ ਸਰ ਬਣਾ ਰਹੇ ਨੇਗੇ ਅਮਿਤ ਸਰ, ਠੀਕ ਹੈ ਜੀ। ਹੀ ਇਜ਼ ਮਲਟੀ ਟੈਲੈਂਟਡ, ਠੀਕ ਹੈ। ਉਹ ਰੀਜ਼ਨਿੰਗ, ਕੰਪਿਊਟਰ, ਪੰਜਾਬੀ ਸਭ ਸਾਂਭਦੇ ਨੇਗੇ। ਤਾਂ ਜੀ ਉਸ ਸਰ ਦੀਆਂ ਕੰਪਿਊਟਰ ਦੀਆਂ ਵੀਡੀਓਜ਼, ਕੰਪਿਊਟਰ ਦੇ ਵਿੱਚ ਐਸਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਸ਼ਾਇਦ ਤੁਸੀਂ ਕਿਸੇ ਬੁੱਕ ਜਾਂ ਕਿਤੇ ਵੀ ਨਾ ਪੜ੍ਹਿਆ ਹੋਵੇ। ਸਰ ਨੇ ਉਹ ਬਹੁਤ ਸਿੰਪਲ ਤਰੀਕੇ ਅਤੇ ਬੜੀ ਡਿਟੇਲ ਵਿੱਚ ਪੜ੍ਹਾਇਆ। ਅਤੇ ਪੰਜਾਬੀ ਸਰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ, ਕਿਉਂਕਿ ਸਰ ਨੂੰ ਖੁਦ ਲਿਖਣ ਦਾ ਸ਼ੌਂਕ ਹੈ ਨਾ। ਹੀ ਇਜ਼ ਏ ਰਾਈਟਰ, ਸਿੰਗਰ ਔਰ ਆਲਸੋ ਅਵਰ, ਠੀਕ ਹੈ, ਟੀਚਰ। ਤਾਂ ਮਲਟੀ ਟੈਲੈਂਟਡ ਬੰਦਾ ਹੀ ਸਾਡਾ ਅਮਿਤ ਸਰ। ਤਾਂ ਤੁਸੀਂ ਉਹਨਾਂ ਦੀਆਂ ਇਹ ਵੀਡੀਓਜ਼ ਚੈੱਕ ਕਰ ਸਕਦੇ ਹੋ। ਪੰਜਾਬੀ ਦੀਆਂ ਵੀਡੀਓ ਤੁਹਾਨੂੰ ਬਿਲਕੁਲ ਫਰੀ ਮਿਲਣਗੀਆਂ ਅਤੇ ਕੰਪਿਊਟਰ ਤੁਹਾਨੂੰ ਬਿਲਕੁਲ ਫਰੀ ਮਿਲੇਗਾ ਸਾਡੇ YouTube ਚੈਨਲ ਦੇ ਉੱਤੇ। ਤਾਂ ਇਹਨਾਂ ਸਭ ਚੀਜ਼ ਨੂੰ ਲੈਣ ਲਈ ਤੁਸੀਂ ਕੀ ਕਰੋ, ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਦੇਖੋ, ਸਬਸਕ੍ਰਾਈਬ ਕਰੋਗੇ ਤਾਂ ਹੀ ਕੁਛ ਮਿਲੇਗਾ ਨਾ। ਤਾਂ ਪਲੀਜ਼ ਖੁਦ ਵੀ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਤੋਂ ਵੀ ਸਬਸਕ੍ਰਾਈਬ ਕਰਾਓ, ਤਾਂ ਕਿ ਤੁਹਾਨੂੰ ਇੱਕ ਕੁਆਲਿਟੀ ਲੈਕਚਰਸ ਬਿਲਕੁਲ ਫਰੀ ਮਿਲਣ ਅਤੇ ਤੁਸੀਂ ਆਪਣੇ ਪੇਪਰ ਕਲੀਅਰ ਕਰੋ, ਠੀਕ ਹੈ ਜੀ। ਆਪਣੇ ਡਰੀਮਸ ਨੂੰ ਆਪਣਾ ਫੁੱਲਫਿਲ ਕਰੋ। ਇਸ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਕਿ ਅਸੀਂ ਕੰਪੀਟੀਸ਼ਨ ਦੀ ਤਿਆਰੀ ਤਾਂ ਕਰਾਉਣੀ ਆ। ਕੰਪੀਟੀਸ਼ਨ ਦੀ ਤਿਆਰੀ ਕਰਾਉਂਦਿਆਂ ਨੂੰ ਸਾਨੂੰ ਲਗਭਗ ਹੋ ਚੁੱਕਿਆ ਹੈ ਜੀ 1.5 ਤੋਂ 2 ਸਾਲ। ਇਸ ਤੋਂ ਪਹਿਲਾਂ ਅਸੀਂ ਕੁਝ ਟੀਚ ਵੀ ਕੀਤਾ, ਪਰ ਹੁਣ ਅਸੀਂ ਇੱਕ ਨਵੀਂ ਪਾਰੀ ਵੀ ਸ਼ੁਰੂ ਕਰੀ ਹੈ, IELTS ਐਂਡ PT, ਕਿਉਂਕਿ ਬੱਚਿਆਂ ਦਾ ਰੁਝਾਨ ਇੱਧਰ ਵੀ ਹੈ। ਤਾਂ ਅਸੀਂ ਇਸ ਦੇ ਵਿੱਚ ਵੀ ਬਹੁਤ ਕੁਆਲਿਟੀ ਦੇ ਨਾਲ ਪੜ੍ਹਾਉਣ ਦੀ ਟਰਾਈ ਕਰ ਰਹੇ ਹਾਂ, ਠੀਕ ਹੈ ਜੀ। ਬੜੀ ਹੀ ਕੁਆਲਿਟੀ ਐਜੂਕੇਸ਼ਨ ਇੱਧਰ ਦੇ ਰਹੇ ਹਾਂ, IELTS ਐਂਡ PT। ਬੱਚਿਆਂ ਨੂੰ ਬਾਰ-ਬਾਰ ਪੇਪਰਾਂ ਦੀ ਤਿਆਰੀ ਕਰਨ ਦੀ ਲੋੜ ਨਹੀਂ। ਇੱਕ ਵਾਰ ਸਾਡੇ ਤੋਂ ਕੋਚਿੰਗ ਲਓ ਅਤੇ ਆਪਣੇ 6.5 to 7 ਬੈਂਡਸ ਸਿਕਿਓਰ ਕਰੋ। ਤਾਂ ਇਹ ਵੀ ਤੁਹਾਨੂੰ ਅਸੀਂ ਤਿਆਰੀ ਕਰਾ ਰਹੇ ਹਾਂ। ਤਾਂ ਤੁਸੀਂ ਇਹਨਾਂ, ਚਾਹੇ ਕੰਪੀਟੀਸ਼ਨ ਦੀ ਤਿਆਰੀ ਕਰਨੀ ਹੈ ਤਾਂ ਵੀ IPC ਤੁਹਾਡੇ ਨਾਲ ਹੈ, IELTS ਐਂਡ PT ਦੀ ਤਿਆਰੀ ਕਰਨੀ ਹੈ ਤਾਂ ਵੀ ਅਸੀਂ ਤੁਹਾਡੇ ਨਾਲ ਹਾਂ। ਅਤੇ IELTS PT ਦੇ ਵਿੱਚ ਅਸੀਂ ਇੱਕ ਥੋੜ੍ਹੀ ਜਿਹੀ ਅੱਗੇ ਹੋਰ ਵੱਧ ਰਹੇ ਹਾਂ, ਇੱਕ ਨਵੀਂ, ਠੀਕ ਹੈ ਜੀ, ਜਗ੍ਹਾ, ਸਭ ਕੁਛ ਨਵਾਂ ਸਫ਼ਰ ਸ਼ੁਰੂ ਕਰ ਰਹੇ ਹਾਂ, ਪਰ ਹੋਣਾ ਸਭ ਤੁਹਾਡੇ ਨਾਲ ਦੀ ਹੀ ਹੈ। ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਡੀ ਠੀਕ ਹੈ ਜੀ, ਹੈਲਪ ਕਰੋ। ਤੁਸੀਂ ਆਓਗੇ, ਤੁਹਾਡੇ ਨਾਲ ਹੀ ਸਾਡੇ ਸਾਰੇ ਕਾਰੋਬਾਰ ਨੇਗੇ। ਤਾਂ ਤੁਹਾਡੀ ਜ਼ਿੰਦਗੀ ਚਾਹੇ ਉਹ ਫੋਰਨ ਜਾ ਕੇ ਬਣੇ, ਚਾਹੇ ਉਰੇ ਸਰਕਾਰੀ ਲੱਗ ਕੇ ਬਣੇ, ਦੋਨਾਂ 'ਚ ਹੀ ਅਸੀਂ ਤੁਹਾਡੀ ਹੈਲਪ ਕਰਨੀ ਹੈ। ਦੋਨਾਂ 'ਚ ਹੀ ਅਸੀਂ ਤੁਹਾਨੂੰ ਕੁਆਲਿਟੀ ਐਜੂਕੇਸ਼ਨ ਦੇ ਕੇ ਤੁਹਾਡੇ ਡਰੀਮਸ ਫੁੱਲਫਿਲ ਕਰਨੇ ਨੇ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਅੱਜ ਦੇ ਲੈਕਚਰ ਵਿੱਚ ਜੋ ਆਪਣੇ ਸਭ ਤੋਂ ਪਹਿਲੀ ਚੀਜ਼ ਦੇਖਣੀ ਹੈ, ਉਹ ਦੇਖਣੀਆਂ ਨੇ ਕਿ ਜੋ ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਮਿਲੀਆਂ ਇੰਪੋਰਟੈਂਟ ਸਾਈਟਸ ਨੇ, ਉਹ ਕਿਹੜੀਆਂ ਨੇ, ਅਤੇ ਇਹਨਾਂ ਦੇ ਡਿਸਕਵਰਰਸ ਕਿਹੜੇ ਨੇ, ਕਿਹਨਾਂ ਨੇ ਇਹਨਾਂ ਨੂੰ ਡਿਸਕਵਰ ਕੀਤਾ। ਦੇਖੋ, ਪੇਪਰ ਦੇ ਵਿੱਚ 4 ਤਰੀਕੇ ਦਾ ਕੁਐਸਚਨ ਆ ਸਕਦਾ ਸਾਈਟਸ ਦੇ ਉੱਤੇ। ਸਾਈਟ ਦਾ ਨਾਮ ਪੁੱਛ ਕੇ ਪੁੱਛਿਆ ਜਾਊਗਾ ਕਿ ਉਹ ਕਿਸ ਏਰੀਏ 'ਚ ਪੈਂਦੀ ਹੈ, ਕਿਸ ਰੀਵਰ ਦੇ ਉੱਪਰ ਹੈ, ਕਿਹੜੇ ਈਅਰ ਦੇ ਵਿੱਚ ਲੱਭੀ ਗਈ। ਜਿਵੇਂ ਹੁਣੀ ਨਾਇਬ ਤਹਿਸੀਲਦਾਰ ਦਾ ਪੇਪਰ ਆਇਆ, ਉਹਦੇ ਵਿੱਚ ਚਨੋਦਾਰੋ, ਲੋਥਲ, ਠੀਕ ਹੈ, ਇਹ ਅਤੇ ਹੜੱਪਾ ਮੋਹਨਜੋਦੜੋ, ਇਹ 4 ਪੁੱਛੇ ਗਏ ਸੀ ਕਿ ਇਹਨਾਂ ਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਲਾਓ ਕਿ ਕਦੋਂ ਇਹ ਲੱਭੀਆਂ ਗਈਆਂ। ਆਪਾਂ ਨੂੰ ਪਤਾ ਹੜੱਪਾ ਸਭ ਤੋਂ ਪਹਿਲਾਂ 1921 ਦੇ ਵਿੱਚ, ਫਿਰ 1922 'ਚ ਮੋਹਨਜੋਦੜੋ, ਫਿਰ ਚਨੋਦਾਰੋ 1931 'ਚ, ਲੋਥਲ 1954 ਦੇ ਵਿੱਚ। ਯਾਨੀ ਕਿ ਜਿਹੜੀ ਚੀਜ਼ ਪੜ੍ਹਾਈ ਹੈ ਉਹ ਸਾਰੀ ਪੇਪਰ 'ਚ ਆਈ ਹੈ।
ਤਾਂ ਉਸ ਤੋਂ ਬਾਅਦ ਕਈ ਪੇਪਰਾਂ 'ਚ ਪੁੱਛ ਲੈਂਦੇ ਨੇ ਫਾਊਂਡਰ ਕਿ ਇਹਨੂੰ ਕਿਸ ਨੇ ਲੱਭਿਆ ਸੀ। ਓਕੇ, ਤਾਂ ਇਸ ਹਿਸਾਬ ਨਾਲ ਦੇਖੋ ਪੇਪਰ ਦੇ ਵਿੱਚ ਕਿਵੇਂ ਆ। ਤਾਂ ਪਹਿਲੀ ਸਾਈਟ ਹੈਗੀ ਜੀ ਸੁਤਕਾ ਜੈਂਡੋਰ। ਸੁਤਕਾ ਜੈਂਡੋਰ ਮੋਸਟ ਇੰਪੋਰਟੈਂਟ ਸਾਈਟ ਆ। ਇਸ ਦੇ ਉੱਤੇ ਇੱਕ ਕੁਐਸਚਨ ਕੀ ਆਉਂਦਾ, ਮੈਂ ਲਾਸਟ ਲੈਕਚਰ ਦੇ ਵਿੱਚ ਵੀ ਕਵਰ ਕੀਤਾ ਸੀ ਕਿ ਇਹ ਸਾਈਟ ਹੈ ਜਿਹੜੀ ਈਰਾਨ ਬਾਰਡਰ ਦੇ ਕੋਲ ਹੈ। ਤਾਂ ਪੁੱਛਿਆ ਜਾਂਦਾ ਈਰਾਨ ਬਾਰਡਰ ਦੇ ਕੋਲ ਕਿਹੜੀ ਸਾਈਟ ਹੈ, ਤਾਂ ਤੁਹਾਡਾ ਆਨਸਰ ਆਊਗਾ ਸੁਤਕਾ ਜੈਂਡੋਰ। ਤਾਂ ਸੁਤਕਾ ਜੈਂਡੋਰ ਬਲੋਚਿਸਤਾਨ ਦੇ ਵਿੱਚ ਪੈਂਦੀ ਹੈ, ਜੋ ਕਿ ਪਾਕਿਸਤਾਨ ਦੇ ਵਿੱਚ ਹੈ। ਸੁਤਕਾ ਜੈਂਡੋਰ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਵੈਸਟਰਨ ਮੋਸਟ ਪਾਰਟ ਵੀ ਹੈ। ਠੀਕ ਹੈ ਜੀ, ਜੋ ਬੈਸਟ ਬਾਉਂਡਰੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੀ, ਜਿੱਥੇ ਜਾ ਕੇ ਇੰਡਸ ਵੈਲੀ ਸਿਵਲਾਈਜੇਸ਼ਨ ਖਤਮ ਹੋ ਜਾਂਦੀ ਹੈ, ਉਹ ਹੈ ਸੁਤਕਾ ਜੈਂਡੋਰ। ਅਤੇ ਬਲੋਚਿਸਤਾਨ ਪਾਕਿਸਤਾਨ ਦੇ ਵਿੱਚ ਹੈ। ਇਹ ਦਸਤ ਰੀਵਰ ਦੇ ਕੰਢੇ 'ਤੇ ਹੈ। 1927 ਦੇ ਵਿੱਚ ਇਸ ਨੂੰ ਲੱਭਿਆ ਗਿਆ ਸੀ ਅਤੇ ਸਰ ਔਰੇਲ ਸਟੀਨ ਇਹਨਾਂ ਵੱਲੋਂ ਲੱਭਿਆ ਗਿਆ ਸੀ। ਦੇਖੋ ਮੇਰੀ ਪ੍ਰੋਨਾਂਸੀਏਸ਼ਨ ਦੇ ਵਿੱਚ ਕੁਛ ਫਰਕ ਹੋ ਸਕਦਾ ਹੈ, ਠੀਕ ਹੈ, ਕਿਉਂਕਿ ਹਰ ਇੱਕ ਦਾ ਨਾਮ ਪੜ੍ਹਨ ਦਾ ਜਾਂ ਕੁਛ ਪੜ੍ਹਨ ਦਾ ਆਪਦਾ ਤਰੀਕਾ ਹੁੰਦਾ, ਤਾਂ ਤੁਹਾਨੂੰ ਆਪਦੇ ਹਿਸਾਬ ਨਾਲ ਜਿਵੇਂ ਸੈੱਟ ਲੱਗਦਾ ਤੁਸੀਂ ਉਵੇਂ ਪ੍ਰੋਨਾਊਂਸ ਕਰ ਸਕਦੇ ਹੋ। ਤਾਂ ਫਸਟ ਸਾਈਟ ਸੁਤਕਾ ਜੈਂਡੋਰ ਬਲੋਚਿਸਤਾਨ ਪਾਕਿਸਤਾਨ ਦੇ ਵਿੱਚ, ਦਸਤ ਰੀਵਰ ਦੇ ਕੰਢੇ, 1927 ਵਿੱਚ ਲੱਭੀ ਗਈ। ਫਾਊਂਡਰ ਸੀ ਸਰ ਔਰੀਅਲ ਸਟੀਨ। ਨੈਕਸਟ ਹੈ ਜੀ ਅਮਰੀ। ਅਮਰੀ ਵੀ ਪਾਕਿਸਤਾਨ ਦੇ ਵਿੱਚ ਹੈ। ਸਿੰਧ ਵਾਲਾ ਏਰੀਆ ਪਾਕਿਸਤਾਨ ਦਾ, ਉਸ ਦੇ ਵਿੱਚ ਇਹ ਲੱਭੀ ਗਈ ਹੈ। ਇੰਡਸ ਰੀਵਰ ਦੇ ਕੰਢੇ 'ਤੇ ਹੈ। 1929 ਵਿੱਚ ਲੱਭੀ ਗਈ। NG ਮਜੰਬਦਾਰ ਵੱਲੋਂ ਇਸ ਨੂੰ ਲੱਭਿਆ ਗਿਆ ਸੀ। ਚਨੋਦਾਰੋ ਸਿੰਧ ਵਾਲੇ ਖੇਤਰ ਦੇ ਵਿੱਚ ਹੀ ਹੈ, ਪਾਕਿਸਤਾਨ ਦੇ ਵਿੱਚ, ਇੰਡਸ ਰੀਵਰ ਦੇ ਕੰਢੇ 'ਤੇ। 1931 ਦੇ ਵਿੱਚ ਇਸ ਨੂੰ ਲੱਭਿਆ ਗਿਆ ਸੀ। NG ਮਜੰਬਦਾਰ ਵੱਲੋਂ ਹੀ ਇਸ ਨੂੰ ਵੀ ਲੱਭਿਆ ਗਿਆ ਸੀ। ਰੰਗਪੁਰ। ਰੰਗਪੁਰ ਇੰਡੀਆ ਦੇ ਵਿੱਚ ਹੈ, ਇੰਡੀਆ ਦੇ ਗੁਜਰਾਤ ਵਾਲੇ ਏਰੀਏ ਦੇ ਵਿੱਚ। ਗੁਜਰਾਤ ਬਾਰੇ ਯਾਦ ਰੱਖਣਾ ਕਿ ਜੋ ਮੈਕਸੀਮਮ ਸਾਈਟਸ ਨੇ ਉਹ ਕਿਸ ਏਰੀਏ 'ਚੋਂ ਮਿਲੀਆਂ ਨੇ। ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਸਭ ਤੋਂ ਵੱਧ ਸਾਈਟਸ ਗੁਜਰਾਤ ਵਿੱਚੋਂ ਹੀ ਮਿਲੀਆਂ ਨੇਗੀਆਂ। ਤਾਂ ਗੁਜਰਾਤ ਵਿੱਚੋਂ ਸਭ ਤੋਂ ਵੱਧ ਸਾਈਟਸ ਮਿਲੀਆਂ ਨੇ। ਰੰਗਪੁਰ ਗੁਜਰਾਤ ਦੇ ਵਿੱਚ ਹੈ ਜੀ, ਇੰਡੀਆ ਦੇ ਵਿੱਚ। ਮਾਹਰ ਰੀਵਰ ਦੇ ਕੰਢੇ 'ਤੇ ਆ। 1931 ਤੋਂ ਲੈ ਕੇ 1953 ਤੱਕ ਇਸ ਦੀ ਖੁਦਾਈ ਹੁੰਦੀ ਰਹੀ। ਠੀਕ ਹੈ, ਇਸ ਵਿੱਚ ਨਵੀਆਂ ਚੀਜ਼ਾਂ ਮਿਲਦੀਆਂ ਰਹੀਆਂ। ਇਸ ਨੂੰ ਲੱਭਣ ਪਿੱਛੇ 3 ਬੰਦਿਆਂ ਦਾ ਹੱਥ ਸੀਗਾ, MS ਵਾਟਸ, BB ਲਾਲ ਅਤੇ SR ਰਾਓ। ਅਗਲੀ ਹੈ ਰੋਪੜ। ਰੋਪੜ ਪੰਜਾਬ ਇੰਡੀਆ ਦੇ ਵਿੱਚ ਹੈ ਜੀ। ਰੋਪੜ ਬਾਰੇ ਗੱਲ ਯਾਦ ਰੱਖਣੀ ਹੈ, ਰੋਪੜ ਜੋ ਹੈ ਇਹ ਆਫਟਰ ਇੰਡੀਪੈਂਡੈਂਸ, ਠੀਕ ਹੈ ਜੀ, ਆਫਟਰ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਪਹਿਲੀ ਸਾਈਟ ਹੈ ਜਿਸ ਨੂੰ ਲੱਭਿਆ ਗਿਆ ਸੀ। ਤਾਂ 1947 'ਚ ਦੇਸ਼ ਆਜ਼ਾਦ ਹੋਇਆ। 47 ਦੀ ਵੰਡ ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਜੋ ਸਭ ਤੋਂ ਪਹਿਲੀ ਸਿੰਧੂ ਘਾਟੀ ਸੱਭਿਅਤਾ ਦੀ ਜਗ੍ਹਾ ਲੱਭੀ ਗਈ ਉਹ ਸੀ ਰੋਪੜ, ਸਤਲੁਜ ਦਰਿਆ ਦੇ ਕੰਢੇ 'ਤੇ। 1953 ਦੇ ਵਿੱਚ ਇਸ ਨੂੰ ਲੱਭਿਆ ਗਿਆ। ਪਰਸਨ ਸੀਗੇ YD ਸ਼ਰਮਾ। YD ਸ਼ਰਮਾ ਜੀ ਵੱਲੋਂ ਇਸ ਨੂੰ ਲੱਭਿਆ ਗਿਆ ਸੀਗਾ। ਤਾਂ ਨੈਕਸਟ ਹੈ ਜੀ ਲੋਥਲ। ਲੋਥਲ ਗੁਜਰਾਤ ਇੰਡੀਆ ਦੇ ਵਿੱਚ ਹੈ। ਲੋਥਲ ਬਾਰੇ ਗੱਲ ਯਾਦ ਰੱਖਣੀ ਹੈ, ਇਸ ਨੂੰ ਕੀ ਕਹਿੰਦੇ ਆਪਾਂ, ਆਰਟੀਫਿਸ਼ਲ, ਠੀਕ ਹੈ ਜੀ, ਇਹ ਕੀ ਹੈ, ਇੱਕ ਆਰਟੀਫਿਸ਼ਲ ਡੌਕਯਾਰਡ ਹੈ, ਬੰਦਰਗਾਹ ਹੈ, ਆਰਟੀਫਿਸ਼ਲ ਡੌਕਯਾਰਡ। ਤਾਂ ਲੋਥਲ ਕੀ ਹੈ, ਇੱਕ ਬਨਾਵਟੀ ਬੰਦਰਗਾਹ ਜਿਸ ਨੂੰ ਇਨਸਾਨ ਨੇ ਬਣਾਇਆ ਸੀ। ਗੁਜਰਾਤ ਇੰਡੀਆ ਦੇ ਵਿੱਚ ਹੈ, ਬੋਗਵਾ ਨਦੀ ਦੇ ਉੱਤੇ ਆ। ਅਤੇ ਇਹਦਾ ਕਿਹੜਾ ਡੌਕਯਾਰਡ ਹੈ, ਇਹ ਵੀ ਬੋਗਵਾ ਨਦੀ ਦੇ ਵਿੱਚ ਹੀ ਮਿਲਦਾ ਜੀ। ਬੋਗਵਾ ਨਦੀ ਦੇ ਕੰਢੇ 'ਤੇ ਹੀ, ਠੀਕ ਹੈ ਜੀ, ਬੰਦਰਗਾਹ ਸੀ ਜਿੱਥੇ ਕਿਸ਼ਤੀਆਂ ਆ ਕੇ ਰੁਕਦੀਆਂ ਸੀ। ਤਾਂ ਲੋਥਲ ਗੁਜਰਾਤ ਦੇ ਵਿੱਚ, ਇੰਡੀਆ ਦੇ ਵਿੱਚ। 1954 ਦੇ ਵਿੱਚ ਇਸ ਨੂੰ ਲੱਭਿਆ ਗਿਆ। SR ਰਾਓ ਵੱਲੋਂ ਇਸ ਨੂੰ ਲੱਭਿਆ ਗਿਆ। ਨੈਕਸਟ ਹੈ ਕੋਟ ਡੀਜੀ, ਜੋ ਸਿੰਧ ਪਾਕਿਸਤਾਨ ਦੇ ਵਿੱਚ ਹੈ, ਇੰਡਸ ਰੀਵਰ ਦੇ ਕੰਢੇ 'ਤੇ ਹੈ। 1955 ਵਿੱਚ ਇਸ ਨੂੰ ਲੱਭਿਆ ਗਿਆ। ਫੈਜ਼ਲ ਅਹਿਮਦ ਖਾਨ ਵੱਲੋਂ ਇਸ ਨੂੰ ਲੱਭਿਆ ਗਿਆ। ਆਲਮਗੀਰਪੁਰ UP ਇੰਡੀਆ ਦੇ ਵਿੱਚ ਹੈ, ਹਿੰਡੌਨ ਨਦੀ ਦੇ ਕੰਢੇ 'ਤੇ ਹੈ। 1958 ਦੇ ਵਿੱਚ ਇਸ ਨੂੰ ਲੱਭਿਆ ਗਿਆ। YD ਸ਼ਰਮਾ ਜੀ ਵੱਲੋਂ ਇਸ ਨੂੰ ਲੱਭਿਆ ਗਿਆ ਸੀ। ਤਾਂ ਦੇਖੋ ਕਿਹੜੀਆਂ ਪੜ੍ਹੀਆਂ, ਸੁਤਕਾ ਜੈਂਡੋਰ ਬਲੋਚਿਸਤਾਨ ਪਾਕਿਸਤਾਨ ਦੇ ਵਿੱਚ, ਦਸਤ ਰੀਵਰ ਦੇ ਕੰਢੇ 'ਤੇ 1927 ਵਿੱਚ ਸਰ ਔਰੀਅਲ ਸਟੀਨ ਵੱਲੋਂ। ਅਮਰੀ ਸਿੰਧ ਪਾਕਿਸਤਾਨ ਦੇ ਵਿੱਚ, ਇੰਡਸ ਰੀਵਰ ਦੇ ਕੰਢੇ 'ਤੇ 1929 ਵਿੱਚ NG ਮਜੰਬਦਾਰ ਵੱਲੋਂ। ਚਨੋਦਾਰੋ ਸਿੰਧ ਪਾਕਿਸਤਾਨ ਦੇ ਵਿੱਚ ਹੈ, ਇੰਡਸ ਰੀਵਰ ਦੇ ਕੰਢੇ 'ਤੇ 1931 ਵਿੱਚ ਲੱਭੀ ਗਈ, NG ਮਜੰਬਦਾਰ ਵੱਲੋਂ। ਰੰਗਪੁਰ ਗੁਜਰਾਤ ਇੰਡੀਆ ਦੇ ਵਿੱਚ ਹੈ ਜੀ, ਮਾਹੜ ਰੀਵਰ ਦੇ ਕੰਢੇ 'ਤੇ। 1931 ਤੋਂ 53 ਤੱਕ ਇਸ ਨੂੰ, ਇਹਦੇ ਵਿੱਚ ਅਲੱਗ-ਅਲੱਗ, ਠੀਕ ਹੈ ਜੀ, ਆਪਣੀਆਂ ਡਿਸਕਵਰੀਜ਼ ਹੋਈਆਂ। ਡਿਸਕਵਰੀਜ਼ ਕਰਨ ਵਾਲੇ ਸੀਗੇ MS ਵਾਟਸ, BB ਲਾਲ ਐਂਡ SR ਰਾਓ। ਰੋਪੜ ਪੰਜਾਬ ਇੰਡੀਆ ਦੇ ਵਿੱਚ, ਸਤਲੁਜ ਦੇ ਕੰਢੇ 'ਤੇ। ਆਜ਼ਾਦੀ ਤੋਂ ਬਾਅਦ ਪਹਿਲੀ ਜਗ੍ਹਾ ਜਿਸ ਨੂੰ ਲੱਭਿਆ ਗਿਆ, 1953 ਵਿੱਚ ਲੱਭਿਆ ਗਿਆ YD ਸ਼ਰਮਾ ਜੀ ਵੱਲੋਂ। ਲੋਥਲ ਗੁਜਰਾਤ ਇੰਡੀਆ ਦੇ ਵਿੱਚ, ਭੋਗਵਾ ਨਦੀ ਦੇ ਕੰਢੇ 'ਤੇ ਇੱਕ ਆਰਟੀਫਿਸ਼ਲ ਡੌਕਯਾਰਡ ਸੀ। 1954 ਵਿੱਚ ਲੱਭਿਆ ਗਿਆ ਸੀ SR ਰਾਓ ਵੱਲੋਂ। ਕੋਟ ਡੀਜੀ ਸਿੰਧ ਪਾਕਿਸਤਾਨ ਦੇ ਵਿੱਚ, ਇੰਡਸ ਦੇ ਕੰਢੇ 'ਤੇ ਹੈ। 1955 ਦੇ ਵਿੱਚ ਲੱਭਿਆ ਗਿਆ। ਫੈਜ਼ਲ ਅਹਿਮਦ ਖਾਨ ਵੱਲੋਂ ਲੱਭਿਆ ਗਿਆ। ਆਲਮਗੀਰਪੁਰ UP ਇੰਡੀਆ ਦੇ ਵਿੱਚ, ਹਿੰਡੌਨ ਨਦੀ ਦੇ ਕੰਢੇ 'ਤੇ। 1958 ਵਿੱਚ, 1958 ਵਿੱਚ ਲੱਭਿਆ ਗਿਆ। YD ਸ਼ਰਮਾ ਜੀ ਵੱਲੋਂ ਇਸ ਨੂੰ ਲੱਭਿਆ ਗਿਆ। ਤਾਂ ਨੈਕਸਟ ਦੇਖੋ, ਨੈਕਸਟ ਹੈ ਕਾਲੀਬੰਗਾ। ਰਾਜਸਥਾਨ ਇੰਡੀਆ ਦੇ ਵਿੱਚ। ਕਾਲੀਬੰਗਾ ਨੂੰ ਕਾਲੀਬੰਗਾ ਨਾਮ ਕਿਉਂ ਪਿਆ, ਕਿਉਂਕਿ ਉਹਦੇ ਬਲੈਕ ਕਲਰ ਦੀਆਂ ਬੈਂਗਲਸ ਮਿਲੀਆਂ ਸੀ।
ਕਾਲੀ ਬੰਗਾ ਨੂੰ ਕਾਲੀ ਬੰਗਾ ਕਿਉਂ ਕਿਹਾ ਗਿਆ? ਕਿਉਂਕਿ ਉਰੋਂ ਬਲੈਕ ਬੈਂਗਲਸ ਮਿਲੀਆਂ ਨੇਗੀਆਂ, ਚੂੜੀਆਂ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਬੰਗਾ। ਤਾਂ ਕਾਲੀ ਬੰਗਾ ਰਾਜਸਥਾਨ ਇੰਡੀਆ ਦੇ ਵਿੱਚ। ਘੱਗਰ ਦਰਿਆ ਦੇ ਕੰਢੇ 'ਤੇ ਹੈ ਜੀ। 1961 ਦੇ ਵਿੱਚ ਇਸ ਨੂੰ ਲੱਭਿਆ ਗਿਆ। ਬੀਬੀ ਲਾਲ ਵੱਲੋਂ, ਇਹ ਮੇਨ ਸੀਗੇ, ਅਤੇ ਨਾਲ BK ਥਾਪਰ, ਇਹਨਾਂ ਦੋਨਾਂ ਵੱਲੋਂ ਇਸ ਨੂੰ ਲੱਭਿਆ ਗਿਆ। ਅੱਗੇ ਹੈ ਸੁਰਕੋ ਟਾਡਾ ਰਨ ਆਫ ਕੱਛ ਗੁਜਰਾਤ ਦੇ ਵਿੱਚ ਹੈ। 1972 ਵਿੱਚ ਇਸ ਨੂੰ ਲੱਭਿਆ ਗਿਆ। ਦੇਖੋ ਰਨ ਆਫ ਕੱਛ ਵਿੱਚ ਕੋਈ ਨਦੀ ਨਹੀਂ ਹੈਗੀ, ਇਸ ਕਰਕੇ ਕੋਈ ਨਦੀ ਨਹੀਂ ਲਿਖੀ ਗਈ। ਜਗਪਤੀ ਜੋਸ਼ੀ ਵੱਲੋਂ ਇਸ ਨੂੰ ਲੱਭਿਆ ਗਿਆ ਸੀ। ਬੰਨਾਵਾਲੀ, ਇਹਦਾ ਬਹੁਤ ਜ਼ਿਕਰ ਆਉਂਦਾ ਹੈ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ। ਟਾਊਨ ਪਲੈਨਿੰਗ ਵਿੱਚ ਵੀ ਇਹਦਾ ਜ਼ਿਕਰ ਦੱਸਿਆ ਸੀਗਾ ਕਿ ਇਕੱਲਾ ਐਸਾ ਸ਼ਹਿਰ ਹੈ ਜਿੱਥੇ ਕੋਈ ਗ੍ਰਿਡ ਪੈਟਰਨ ਨਹੀਂ ਸੀਗਾ, ਐਸਾ ਸ਼ਹਿਰ ਜਿੱਥੇ ਕੋਈ ਵੀ ਡਰੇਨੇਜ ਸਿਸਟਮ ਨਹੀਂ ਸੀਗਾ। ਹਿਸਾਰ ਹਰਿਆਣਾ ਇੰਡੀਆ ਦੇ ਵਿੱਚ ਹੈ। ਘੱਗਰ ਦਰਿਆ ਦੇ ਕੰਢੇ 'ਤੇ 1973 ਵਿੱਚ 1973 ਇਸ ਵਿੱਚ ਇਸ ਨੂੰ ਲੱਭਿਆ ਗਿਆ RS ਬਿਸਟ ਵੱਲੋਂ। ਲਾਸਟ ਵਨ ਇਜ਼ ਧੋਲਾਵੀਰਾ ਗੁਜਰਾਤ ਦੇ ਵਿੱਚ ਰਨ ਆਫ ਕੱਛ, ਉੱਥੇ ਇਸ ਨੂੰ ਲੱਭਿਆ ਗਿਆ। 1990 ਵਿੱਚ ਲੱਭਿਆ ਗਿਆ, RS ਬਿਸਟ ਵੱਲੋਂ ਲੱਭਿਆ ਗਿਆ। ਤਾਂ ਇਹ ਨੇਗੀਆਂ ਆਪਣੀਆਂ ਸਾਈਟਸ, ਉਹਨਾਂ ਦੀ ਡਿਸਕਵਰਰ ਕਿਹੜੇ ਰੀਵਰ ਦੇ ਕੰਢੇ 'ਤੇ, ਸਾਰੀਆਂ ਇੰਪੋਰਟੈਂਟ। ਹੜੱਪਾ ਅਤੇ ਮੋਹਨਜੋਦੜੋ ਮੈਂ ਤੁਹਾਨੂੰ ਪਹਿਲਾਂ ਦੇ ਲੈਕਚਰ ਵਿੱਚ ਦੱਸ ਚੁੱਕਿਆ, ਠੀਕ ਹੈ। ਉਸ ਦੇ ਬਾਰੇ ਵੈਸੇ ਤੁਹਾਨੂੰ ਅਗਰ ਲਿਖਣਾ ਤਾਂ ਲਿਖ ਲਿਓ। ਹੜੱਪਾ ਜਿਹੜੀ ਹੈ ਇਹ ਪਾਕਿਸਤਾਨ ਦੇ ਵਿੱਚ ਹੈ, ਰਾਵੀ ਨਦੀ ਦੇ ਕੰਢੇ 'ਤੇ ਹੈ। 1921 'ਚ ਲੱਭੀ ਗਈ ਸੀ, ਦਿਆਰਾਮ ਸਾਨੀ ਵੱਲੋਂ ਲੱਭਿਆ ਗਿਆ ਸੀ। ਮੋਹਨਜੋਦੜੋ ਪਾਕਿਸਤਾਨ ਦੇ ਵਿੱਚ ਹੈ, ਇੰਡਸ ਰੀਵਰ ਦੇ ਕੰਢੇ 'ਤੇ ਹੈ। 1922 'ਚ ਲੱਭਿਆ ਗਿਆ ਸੀ, RD ਬੈਨਰਜੀ ਵੱਲੋਂ ਲੱਭਿਆ ਗਿਆ ਸੀ। ਓਕੇ, ਤਾਂ ਅੱਗੇ ਦੇਖੋ ਜੀ, ਅੱਗੇ ਜੋ ਮੋਸਟ ਇੰਪੋਰਟੈਂਟ ਨੇਗੇ SSC PPSC, ਇਹਨਾਂ ਪੇਪਰਾਂ 'ਚ ਆਉਣ ਵਾਲੇ ਕੁਐਸਚਨ ਨੇ। UPSC ਕਿਵੇਂ ਉਰੇ ਅਲੱਗ-ਅਲੱਗ ਨਾ ਕਿ ਇੰਪੋਰਟੈਂਟ ਈਵੀਡੈਂਸ ਸਬੂਤ ਮਿਲੇ ਨੇ ਜਿਨ੍ਹਾਂ ਤੋਂ ਇੱਕ ਕਹਾਣੀ ਬਣੀ ਹੈ। ਦੇਖੋ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹੜੇ ਬੱਚੇ ਮੇਰੇ ਤੋਂ ਪੜ੍ਹ ਰਹੇ ਉਹਨਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਸਿਰਫ ਇੱਕ ਅਜੰਪਸ਼ਨ ਹੈ। ਇਹਦੇ ਵਿੱਚ ਕੀ ਸੱਚ ਕੀ ਝੂਠ ਕਿਸੇ ਨੂੰ ਨਹੀਂ ਪਤਾ, ਆਪਾਂ ਨੇ ਸਿਰਫ ਇੱਕ ਅਜ਼ਿਊਮ ਕੀਤਾ ਹੋਇਆ ਜੋ ਵੀ ਆਪਾਂ ਨੂੰ ਸਬੂਤ ਮਿਲੇ। ਸੰਧੂਰ ਮਿਲ ਗਿਆ, ਲਿਪਸਟਿਕ ਮਿਲ ਗਈ, ਮਤਲਬ ਕਿ ਉਹਨਾਂ ਦੀਆਂ ਔਰਤਾਂ ਕੀ ਸੀਗੀਆਂ, ਆਪਣੇ ਖੂਬਸੂਰਤ ਜਾਂ ਸੋਹਣੇ ਰਹਿਣ ਵਿੱਚ ਵਿਸ਼ਵਾਸ ਰੱਖਦੀਆਂ ਸੀਗੀਆਂ, ਆਪਦੀ ਠੀਕ ਹੈ ਸੱਜ ਧੱਜ ਕੇ ਰਹਿੰਦੀਆਂ ਸੀਗੀਆਂ ਇਸ ਤਰੀਕੇ ਨਾਲ। ਤਾਂ ਇਸ ਤਰੀਕੇ ਨਾਲ ਉੱਥੋਂ ਦੇ ਜਿਹੜੇ ਵੀ ਆਪਾਂ ਨੂੰ ਮੂਰਤੀਆਂ ਵਗੈਰਾ ਮਿਲੀਆਂ, ਉੱਥੋਂ ਆਪਾਂ ਲਾ ਲਿਆ ਕਿ ਬਈ ਇਹ ਕਿਸ ਦੀ ਪੂਜਾ ਕਰਦੇ ਸੀ, ਕਿਸ ਦੀ ਨਹੀਂ। ਤਾਂ ਇੱਕ ਅਜ਼ੰਪਸ਼ਨ ਕੀਤੀ ਹੋਈ ਹੈ, ਦਿਨੋਂ ਦਿਨ ਬਦਲਦੀ ਵੀ ਰਹਿੰਦੀ ਹੈ, ਠੀਕ ਹੈ। ਡੇ ਬਾਏ ਡੇ ਕੋਈ ਨਵੀਂ ਚੀਜ਼ ਮਿਲ ਜੇ ਤਾਂ ਉਰੋਂ ਦੀ ਕਹਾਣੀ ਵਿੱਚ ਕੁਛ ਫਰਕ ਆ ਜਾਂਦਾ। ਤਾਂ ਇਹ ਅਜੰਪਸ਼ਨ ਹੈ, ਕਨਫਰਮ ਕੁਛ ਨਹੀਂ। ਤਾਂ ਹੁਣ ਅਜੰਪਸ਼ਨ ਵੀ ਕਿਸ ਆਧਾਰ 'ਤੇ ਬਣੂਗੀ? ਈਵੀਡੈਂਸ ਦੇ ਆਧਾਰ 'ਤੇ ਬਣੂਗੀ, ਸਬੂਤ ਜਿਹੜੇ ਮਿਲਣੇ। ਤਾਂ ਹੁਣ ਉਹਨਾਂ ਹੀ ਸਬੂਤਾਂ 'ਤੇ ਕੁਐਸਚਨ ਪੁੱਛਿਆ ਜਾਂਦਾ ਕਿ ਇਹ ਚੀਜ਼ ਕਿੱਥੋਂ ਮਿਲੀ, ਇਹ ਚੀਜ਼ ਕਿੱਥੋਂ ਮਿਲੀ। ਤਾਂ ਸਭ ਤੋਂ ਪਹਿਲਾਂ ਹੈਗਾ ਈਵੀਡੈਂਸ ਆਫ ਸੰਧੂਰ ਦੇ ਈਵੀਡੈਂਸ ਮਿਲੇ ਨੌਸ਼ੇਰਾ ਤੋਂ, ਕਿ ਉੱਥੋਂ ਦੀਆਂ ਔਰਤਾਂ ਸੰਧੂਰ ਲਾਉਂਦੀਆਂ ਸੀ। ਸੰਧੂਰ ਦਾ ਸਬੂਤ ਮਿਲਿਆ ਨੌਸ਼ੇਰਾ ਤੋਂ। ਈਵੀਡੈਂਸ ਆਫ ਸਵਾਸਤਿਕਾ ਕਿੱਥੋਂ ਮਿਲਿਆ? ਮੋਹਨਜੋਦਾੜੋ ਤੋਂ। ਸਵਾਸਤਿਕ ਦਾ ਸਬੂਤ ਮਿਲਿਆ ਮੋਹਨਜੋਦਾੜੋ ਤੋਂ, ਜਿਹਨੂੰ ਮਾਊਂਡ ਆਫ ਡੈਡ ਕਹਿੰਦੇ ਆ, ਮ੍ਰਿਤਕਾਂ ਦਾ ਟਿੱਲਾ ਕਹਿੰਦੇ ਆ। ਈਵੀਡੈਂਸ ਆਫ ਸਰਜਰੀ, ਕਿ ਇਹਨਾਂ ਨੇ ਸਰਜਰੀ ਵੀ ਕਰਦੇ ਸੀਗੇ ਇਹ ਕਾਲੀ ਬੰਗਾ ਦੇ ਵਿੱਚੋਂ, ਜੋ ਆਪਣਾ ਰਾਜਸਥਾਨ ਦੇ ਵਿੱਚ ਹੈ। ਸਰਜਰੀ ਦਾ ਸਬੂਤ ਮਿਲਿਆ ਜੀ ਕਾਲੀ ਬੰਗਾ 'ਚੋਂ। ਈਵੀਡੈਂਸ ਆਫ ਅਰਥਕੁਇਕ, ਭੂਚਾਲ ਦੇ ਸਬੂਤ ਮਿਲੇ ਨੇ ਕਾਲੀ ਬੰਗਾ 'ਚੋਂ। ਈਵੀਡੈਂਸ ਆਫ ਲਿਪਸਟਿਕ, ਕਿ ਔਰਤਾਂ ਉਹਨਾਂ ਦੀਆਂ ਵੀ ਲਿਪਸਟਿਕ ਲਾਉਂਦੀਆਂ ਸੀ, ਆਪਣੇ ਵਾਲੀ ਨੂੰ ਤੰਗ ਨਹੀਂ ਕਰਦੀਆਂ, ਉਹਨਾਂ ਵਾਲੀਆਂ ਵੀ ਉਹਨਾਂ ਨੂੰ ਤੰਗ ਕਰਦੀਆਂ ਸੀ ਕਿ ਦੱਸੋ ਜੀ ਕਿਹੜੇ ਰੰਗ ਦੀ ਲਾਉਣੀ ਹੈ, ਠੀਕ ਹੈ, ਕਿ ਮੈਨੂੰ ਦੱਸੋ ਮੇਰੇ 'ਤੇ ਕਿਹੜਾ ਰੰਗ ਜੱਚਦਾ। ਤਾਂ ਬੰਦਾ ਵਿਚਾਰਾ ਹਮੇਸ਼ਾ ਤੰਗ ਹੁੰਦਾ ਹੀ ਆ। ਕਹਿੰਦੇ ਕਿ ਚੁਟਕਲਾ ਹੈ ਕਿ ਮੈਨੂੰ ਤਾਂ ਲੱਗਦਾ ਸੀਗਾ ਕਿ ਪਹਿਲਾਂ ਦੁਨੀਆ 'ਚ 7 ਕੁ ਰੰਗ ਹੀ ਨੇ, ਪਰ ਮੈਨੂੰ ਉਸ ਦਿਨ ਮੇਰੇ ਅੱਖਾਂ ਦਾ ਚਾਨਣ ਆਇਆ। ਗਿਆਨ ਦੀ ਪ੍ਰਾਪਤੀ ਉਦੋਂ ਹੋਈ ਜਦੋਂ ਮੈਂ ਆਪਣੀ ਘਰ ਵਾਲੀ ਨਾਲ ਲਿਪਸਟਿਕ ਅਤੇ ਨੇਲ ਪੇਂਟ ਖਰੀਦਣ ਗਿਆ, ਕਿ ਅੱਛਾ ਪੀਲੇ ਵਿੱਚ ਵੀ ਇੰਨੇ ਤਰੀਕੇ ਹੁੰਦੇ ਨੇ, ਲਾਲ ਵੀ ਇੰਨੇ ਰੰਗ ਦਾ ਹੁੰਦਾ, ਤਾਂ ਚੀਜ਼ ਉਵੇਂ। ਤਾਂ ਈਵੀਡੈਂਸ ਆਫ ਲਿਪਸਟਿਕ ਕੀ ਹੈ? ਚਨੋਦਾਰੋ ਤੋਂ ਮਿਲੇ ਨੇ ਜੀ ਲਿਪਸਟਿਕ ਦੇ ਸਬੂਤ। ਈਵੀਡੈਂਸ ਆਫ ਸਟੇਡੀਅਮ ਦੇ ਸਬੂਤ ਕਿੱਥੋਂ ਮਿਲੇ ਨੇ? ਧੋਲਾਵੀਰਾ ਦੇ ਵਿੱਚੋਂ, ਠੀਕ ਹੈ, ਧੋਲਾਵੀਰਾ ਦੇ ਵਿੱਚੋਂ। ਤਾਂ ਇਹ ਇੰਪੋਰਟੈਂਟ ਨੇ ਜੀ, ਯਾਦ ਰੱਖਣੇ ਨੇ। UPSC ਤੱਕ ਦੇ ਪੇਪਰ ਚੈੱਕ ਕਰ ਲਿਓ, ਉਹਨਾਂ ਦੇ ਵਿੱਚ ਇਹ ਸਭ ਕੁਛ ਆਇਆ ਹੋਇਆ। ਤਾਂ ਈਵੀਡੈਂਸ ਆਫ ਸੰਧੂਰ ਦੁਬਾਰੇ ਫੇਰ ਲਿਖੋ ਇੱਕ ਵਾਰ, ਨੌਸ਼ੇਰਾ ਦੇ ਵਿੱਚ। ਈਵੀਡੈਂਸ ਆਫ ਸਵਾਸਤਿਕਾ ਮੋਹਨਜੋਦਾੜੋ ਦੇ ਵਿੱਚ। ਸਰਜਰੀ ਦੇ ਸਬੂਤ ਕਾਲੀ ਬੰਗਾ ਦੇ ਵਿੱਚ। ਭੂਚਾਲ ਦੇ ਸਬੂਤ ਕਾਲੀ ਬੰਗਾ ਦੇ ਵਿੱਚੋਂ। ਲਿਪਸਟਿਕ ਦੇ ਸਬੂਤ ਚਨੋਦਾਰੋ ਦੇ ਵਿੱਚੋਂ। ਸਟੇਡੀਅਮ ਦੇ ਸਬੂਤ ਧੋਲਾਵੀਰਾ ਦੇ ਵਿੱਚੋਂ। ਨੈਕਸਟ ਦੇਖੋ ਬੱਚਿਓ, ਨੈਕਸਟ ਹੈ ਜੀ ਬ੍ਰੌਂਜ ਇਮੇਜ ਆਫ ਚੈਰੀਅਟ, ਰੱਥ ਦੀ ਕਾਂਸੀ ਦੀ ਤਸਵੀਰ ਜਾਂ ਬੁੱਤ ਜੋ ਵੀ ਮਿਲਿਆ ਦੈਮਾਬਾਦ ਦੇ ਵਿੱਚੋਂ ਮਿਲਿਆ। ਆਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਆਹ ਸਾਰੀਆਂ ਚੀਜ਼ਾਂ। ਲੈਂਕਸਾਇਰ ਆਫ ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਸੱਭਿਅਤਾ ਦਾ ਲੈਂਕਸਾਇਰ ਕਿਸ ਨੂੰ ਕਿਹਾ ਜਾਂਦਾ? ਤਾਂ ਆਨਸਰ ਯਾਦ ਰੱਖਣਾ, ਚਨੋਦਾਰੋ ਨੂੰ ਸਿੰਧੂ ਘਾਟੀ ਸੱਭਿਅਤਾ ਦਾ ਲੈਂਕਸਾਇਰ ਕਿਹਾ ਜਾਂਦਾ ਸੀ। ਗੇਟਵੇ ਸਿਟੀ ਆਫ ਇੰਡਸ ਵੈਲੀ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ ਦਾ ਗੇਟਵੇ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਸੀ? ਹੜੱਪਾ ਨੂੰ ਗੇਟਵੇ ਸਿਟੀ ਕਿਹਾ ਗਿਆ। ਮਾਨਚੈਸਟਰ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਕਿਸ ਨੂੰ ਕਿਹਾ ਗਿਆ? ਲੋਥਲ ਨੂੰ ਕਿਹਾ ਗਿਆ।
ਓਕੇ, ਗੇਟਵੇ ਆਫ ਕਹਿੰਦੇ ਨੇ ਕਿਉਂਕਿ ਪਹਿਲਾਂ ਲੱਭੀ ਗਈ ਸੀ। ਲੈਂਕੇਸ਼ਾਇਰ ਉੱਥੇ ਇੱਕ ਸਾਰੀ ਇੰਡਸਟਰੀ ਸੀਗੀ। ਮਾਨਚੈਸਟਰ, ਉਰੇ ਮਾਨਚੈਸਟਰ ਕੀ ਹੁੰਦਾ ਜਿੱਥੇ ਜ਼ਿਆਦਾਤਰ ਆਪਣਾ ਕੱਪੜਿਆਂ ਦਾ ਵਪਾਰ ਹੁੰਦਾ ਜਾਂ ਕੁਛ, ਠੀਕ ਹੈ, ਜਾਂ ਲੋਕ ਜੋ ਕੋਟਨ ਵਗੈਰਾ ਦਾ ਸਾਰਾ ਵਪਾਰ ਸੀ ਉਹ ਲੋਥਲ 'ਚ ਹੀ ਹੁੰਦਾ ਸੀਗਾ। ਉਰੋਂ ਹੀ ਕਿਸ਼ਤੀਆਂ ਵਗੈਰਾ ਨਾਲ, ਠੀਕ ਹੈ, ਇੰਪੋਰਟ ਐਕਸਪੋਰਟ ਕੀਤਾ ਜਾਂਦਾ ਸੀ, ਇਸ ਕਰਕੇ ਉਸਨੂੰ ਮਾਨਚੈਸਟਰ ਕਹਿੰਦੇ ਨੇ। ਤਾਂ ਯਾਦ ਰੱਖਣੇ ਤਿੰਨੇ, ਲੈਂਕੇਸ਼ਾਇਰ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਚਨੋਦਾਰੋ, ਗੇਟਵੇ ਸਿਟੀ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਹੜੱਪਾ, ਮਾਨਚੈਸਟਰ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਲੋਥਲ। ਅੱਗੇ ਕਾਲਜ ਦੇ ਐਵੀਡੈਂਸ ਕਿ ਉਹਨਾਂ ਦੇ ਕਾਲਜ ਵੀ ਸੀ, ਉਹ ਵੀ ਕਾਲਜ ਜਾਂਦੇ ਸੀਗੇ, ਪੜ੍ਹਦੇ ਸੀਗੇ। ਮੋਹਿੰਜੋਦਾੜੋ ਦੇ ਵਿੱਚੋਂ ਕਾਲਜ ਦੇ ਸਬੂਤ ਮਿਲੇ ਨੇ। ਅਤੇ ਦੇਖੋ ਇੰਡਸ ਵੈਲੀ ਸਿਵਲਾਈਜੇਸ਼ਨ ਇਕੱਲੀ ਇੰਡੀਆ ਐਂਡ ਪਾਕਿਸਤਾਨ ਦੇ ਵਿੱਚ ਹੀ ਨਹੀਂ ਫੈਲੀ ਹੋਈ, ਪਾਕਿਸਤਾਨ ਦੇ ਨਾਲ ਨਾਲ ਕੁਛ ਕੁ ਸਬੂਤ ਅਫਗਾਨਿਸਤਾਨ ਤੋਂ ਵੀ ਮਿਲੇ ਨੇ। ਤਾਂ ਅਫਗਾਨਿਸਤਾਨ ਦੇ ਵਿੱਚ ਵੀ ਇਸ ਦੇ ਸ਼ਹਿਰ ਮਿਲੇ ਨੇ। ਅਤੇ ਅਫਗਾਨਿਸਤਾਨ ਦੇ ਵਿੱਚ ਜੋ ਮੇਨਲੀ 2 ਹੀ ਸਾਈਟਸ ਮਿਲੀਆਂ ਨੇਗੀਆਂ, ਮੁੰਡੀਗਕ ਐਂਡ ਸੁਰਤੋਗਈ। ਤਾਂ ਦੇਖੋ ਇੱਕ ਵਾਰ ਪੰਜਾਬੀ ਵਾਲੇ ਦੇਖ ਲਓ ਜੀ, ਰੱਥ ਦੀ ਕਾਂਸੇ ਦੀ ਤਸਵੀਰ ਦਾਇਮਾਬਾਦ ਵਿੱਚ। ਸਿੰਧੂ ਘਾਟੀ ਦੀ ਸੱਭਿਅਤਾ ਦਾ ਲੰਕੇਸ਼ਾਇਰ ਕਹਿੰਦੇ ਨੇ ਚਨੋਦਾਰੋ ਨੂੰ। ਸਿੰਧੂ ਘਾਟੀ ਸੱਭਿਅਤਾ ਦਾ ਗੇਟਵੇ ਸ਼ਹਿਰ ਕਹਿੰਦੇ ਨੇ ਹੜੱਪਾ ਨੂੰ। ਸਿੰਧੂ ਘਾਟੀ ਸੱਭਿਅਤਾ ਦਾ ਮਾਨਚੈਸਟਰ ਲੋਥਲ ਨੂੰ ਕਹਿੰਦੇ ਨੇ। ਕਾਲਜ ਦੇ ਸਬੂਤ ਮਿਲੇ ਨੇਗੇ ਮੋਹਿੰਜੋਦਾੜੋ ਤੋਂ। ਅਤੇ ਅਫਗਾਨਿਸਤਾਨ ਵਿੱਚ ਜੋ ਜਗ੍ਹਾ ਮਿਲੇ ਨੇ, ਸਾਈਟਾਂ ਮਿਲੇ ਨੇ, ਮੁੰਡੀਗਕ ਅਤੇ ਸੋਟਗਾਈ। ਤਾਂ ਪੰਜਾਬੀ ਇੰਗਲਿਸ਼ ਦੋਨਾਂ ਦੇ ਵਿੱਚ ਤੁਹਾਡੇ ਮੂਹਰੇ ਰੱਖੇ ਗਏ ਨੇ, ਜਿਵੇਂ ਤੁਹਾਨੂੰ ਈਜ਼ੀ ਲੱਗਦਾ ਆਪਦਾ ਲਿਖ ਲਓ। ਅੱਗੇ ਦੇਖੋ ਜੀ, ਅੱਗੇ ਅੱਜ ਦੇ ਲੈਕਚਰ ਵਿੱਚ ਜੋ ਮੇਨ ਚੀਜ਼ ਆਪਾਂ ਨੇ ਕਵਰ ਕਰਨੀ ਸੀ, ਉਹ ਕਵਰ ਕਰਨੀ ਹੈ ਇਕੋਨਮੀ, ਆਰਥਿਕਤਾ। ਸਿੰਧੂ ਘਾਟੀ ਸੱਭਿਅਤਾ ਦੇ ਲੋਕ ਪੈਸਾ ਕਿਵੇਂ ਕਮਾਉਂਦੇ ਸੀ, ਪੈਸਾ ਹੈ ਵੀ ਸੀ ਜਾਂ ਨਹੀਂ ਸੀ, ਜ਼ਿੰਦਗੀ ਬਸਰ ਕਿਵੇਂ ਕਰਦੇ ਸੀ। ਦੇਖੋ ਮੇਨ ਜ਼ਿੰਦਗੀ ਬਸਰ ਕਰਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਅਹਿਮ ਰੋਲ ਹੈ, ਕੱਪੜੇ, ਰੋਟੀ, ਸਭ ਕੁਛ। ਤਾਂ ਇਕੋਨਮੀ ਜੋ ਸੀ, ਇਕੋਨਮੀ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਡਿਪੈਂਡਸ ਅਪੋਨ, ਦੇਖੋ ਜੋ ਵੀ ਇਹਨਾਂ ਦੀ ਆਰਥਿਕਤਾ ਸੀ, ਠੀਕ ਹੈ, ਇਹ 2 ਚੀਜ਼ਾਂ 'ਤੇ ਹੀ ਡਿਪੈਂਡ ਕਰਦੀ ਸੀ, ਇੱਕ ਤਾਂ ਐਗਰੀਕਲਚਰ, ਸੈਕਿੰਡ ਟਰੇਡ। ਸਿੰਧੂ ਘਾਟੀ ਸੱਭਿਅਤਾ ਦੀ ਆਰਥਿਕਤਾ ਖੇਤੀਬਾੜੀ ਅਤੇ ਵਪਾਰ 'ਤੇ ਨਿਰਭਰ ਕਰਦੀ ਸੀ। ਸਭ ਤੋਂ ਪਹਿਲਾਂ ਇਸ ਦੇ ਵਿੱਚ ਆਪਾਂ ਖੇਤੀਬਾੜੀ ਕਵਰ ਕਰਾਂਗੇ। ਖੇਤੀਬਾੜੀ ਵਾਲੇ ਜ਼ਿਆਦਾ, ਹੁਣ ਦੇਖੋ ਪੇਪਰ ਦੇ ਵਿੱਚ ਪੁੱਛਿਆ ਹੈ ਕਿ ਸਭ ਤੋਂ ਜ਼ਿਆਦਾ ਜੋ ਇੱਕ ਬੇਸ ਸੀਗਾ ਇਹਨਾਂ ਦੀ ਇਕੋਨਮੀ ਦਾ, ਟਰੇਡ ਤਾਂ ਕਰਦੇ ਸੀ ਪਰ ਬੇਸ ਕੀ ਸੀ ਜਿਹਦੇ ਉੱਤੇ ਬਿਨਾਂ ਇਹਨਾਂ ਦਾ ਸਰਦਾ ਨਹੀਂ ਸੀ, ਉਹ ਕੀ ਸੀਗਾ, ਖੇਤੀਬਾੜੀ। ਉਹ ਖੇਤੀਬਾੜੀ 'ਚੋਂ ਜਿਹੜੀਆਂ ਚੀਜ਼ਾਂ ਉਪਜਦੀਆਂ ਸੀ, ਖੇਤੀਬਾੜੀ 'ਚੋਂ ਜਿਹੜੀ ਚੀਜ਼ ਇਹ ਪੈਦਾ ਕਰਦੇ ਸੀ, ਉਹਨਾਂ ਦਾ ਹੀ ਅੱਗੇ ਕੀ ਕਰਦੇ ਸੀ, ਵਪਾਰ ਕਰਦੇ ਸੀ। ਤਾਂ ਵਪਾਰ ਦੇ ਲਈ ਵੀ ਇਹਨਾਂ ਨੂੰ ਖੇਤੀਬਾੜੀ ਉੱਤੇ ਹੀ ਡਿਪੈਂਡ ਰਹਿਣਾ ਪੈਂਦਾ ਸੀ। ਇਸ ਕਰਕੇ ਐਗਰੀਕਲਚਰ ਨੂੰ ਕੀ ਕਿਹਾ ਗਿਆ, ਐਗਰੀਕਲਚਰ ਵਾਜ਼ ਦਾ ਬੈਕਬੋਨ ਆਫ ਸਿਵਲਾਈਜੇਸ਼ਨ, ਠੀਕ ਹੈ ਜੀ। ਸਿੰਧੂ ਘਾਟੀ ਸਿਵਲਾਈਜੇਸ਼ਨ ਦੀ ਕੀ ਸੀ, ਰੀੜ੍ਹ ਦੀ ਹੱਡੀ ਸੀ। ਖੇਤੀਬਾੜੀ ਇਸ ਸੱਭਿਅਤਾ ਦੀ ਰੀੜ੍ਹ ਦੀ ਹੱਡੀ ਸੀ। ਹੁਣ ਖੇਤੀਬਾੜੀ ਵਿੱਚ ਕੀ ਕਰਦੇ ਸੀ, ਖੇਤੀਬਾੜੀ ਵਿੱਚ ਫਸਲਾਂ ਕਿਵੇਂ ਉਗਾਉਂਦੇ ਸੀ। sowed seeds in the flood plains in November when the flood water receded and reaped their harvest of wheat and barley in April। ਕਿਵੇਂ ਨਵੰਬਰ ਵਿੱਚ ਜਦੋਂ ਹੜ੍ਹਾਂ ਦੇ ਮੈਦਾਨ ਵਿੱਚ ਬੀਜ ਬੀਜੇ ਜਾਂਦੇ ਸੀਗੇ। ਨਵੰਬਰ 'ਚ ਕਿਉਂ ਬੀਜਦੇ ਸੀ, ਕਿਉਂਕਿ ਨਵੰਬਰ ਵਿੱਚ ਜਿਹੜਾ ਹੜ੍ਹਾਂ ਦਾ ਪਾਣੀ ਸੀ ਨਦੀ ਦੇ ਵਿੱਚ ਉਹ ਘਟ ਜਾਂਦਾ ਸੀ। ਨਦੀ ਦਾ ਜੋ ਪਾਣੀ ਦਾ ਸਤਰ ਸੀਗਾ, ਲੈਵਲ ਸੀ, ਉਹ ਘਟ ਜਾਂਦਾ ਸੀ। ਤਾਂ ਇਹ ਉਸ ਏਰੀਏ ਦੇ ਵਿੱਚ ਬੀਜ ਦਿੰਦੇ ਸੀ ਕਿਉਂਕਿ ਪਾਣੀ ਪਹਿਲਾਂ ਹੀ ਲੱਗਿਆ ਹੋਇਆ ਸੀ, ਜ਼ਮੀਨ ਨਮ ਸੀਗੀ ਅਤੇ ਇਹਨਾਂ ਨੂੰ ਜ਼ਿਆਦਾ ਇਰੀਗੇਸ਼ਨ ਦੀ ਲੋੜ ਨਹੀਂ ਪੈਂਦੀ ਸੀ। ਅਤੇ ਅਪ੍ਰੈਲ ਵਿੱਚ ਜਾ ਕੇ, ਅਪ੍ਰੈਲ ਤੱਕ ਜਾ ਕੇ ਇਹਨਾਂ ਦੀ ਫਸਲ, ਠੀਕ ਹੈ, ਪੱਕ ਜਾਂਦੀ ਸੀ। ਅਪ੍ਰੈਲ ਵਿੱਚ ਜਾ ਕੇ ਇਹ ਕਣਕ ਅਤੇ ਜੌਂ ਦੀ ਕੀ ਕਰਦੇ ਸੀ, ਵਾਢੀ ਕਰਦੇ ਸੀ। ਤਾਂ ਕਣਕ ਜਿਹੜੀ ਆਪਾਂ ਅਪ੍ਰੈਲ 'ਚ ਵੱਢਦੇ ਹਾਂ, ਇਹ ਸ਼ੁਰੂਆਤਾਂ ਤੋਂ ਹੀ ਵੱਢਦੇ ਹਾਂ, ਜਦੋਂ ਤੋਂ ਆਪਾਂ ਨੂੰ ਅਕਲ ਆਈ ਹੈ ਕਿ ਖੇਤੀਬਾੜੀ ਕਰਨੀ ਕਿਵੇਂ ਆ, ਠੀਕ ਹੈ। ਤਾਂ ਠੀਕ ਹੈ ਬੱਚਿਓ, ਇਹ ਚੀਜ਼ ਵੈਸੇ ਪੇਪਰ 'ਚ ਨਹੀਂ ਪੁੱਛਦਾ ਕੋਈ ਕਿਦੋਂ ਬੀਜਦੇ, ਕੀ ਕਰਦੇ ਨੇ, ਬਸ ਆਪਾਂ ਨੂੰ ਵੈਸੇ ਸਮਝਣਾ ਪਊਗਾ। ਤਾਂ ਇਹ ਨਵੰਬਰ ਦੇ ਮਹੀਨੇ ਵਿੱਚ ਜਦੋਂ ਹੜ੍ਹਾਂ ਦਾ ਪਾਣੀ ਘਟ ਜਾਂਦਾ ਸੀ, ਉਦੋਂ ਇਹ ਹੜ੍ਹ ਦੇ ਮੈਦਾਨਾਂ ਵਿੱਚ ਆਪਣਾ ਬੀਜ ਬੀਜਦੇ ਸੀ ਅਤੇ ਅਪ੍ਰੈਲ ਤੱਕ ਉਹ ਫਸਲ ਆਪਣੀ ਪੱਕ ਜਾਂਦੀ ਸੀ। ਉਸ ਤੋਂ ਬਾਅਦ ਉਸਨੂੰ ਵੱਢ ਲੈਂਦੇ ਸੀ। ਹੁਣ ਦੇਖੋ ਫਸਲ ਦੇ ਉੱਤੇ ਕੁਐਸਚਨ ਆਉਂਦਾ, ਇਸ ਦੇ ਉੱਤੇ ਕੁਐਸਚਨ ਆਉਂਦਾ, ਇਹ ਚੀਜ਼ ਯਾਦ ਰੱਖਣੀ ਬੇਟੇ ਕਿ ਕਿਹੜੀਆਂ ਫਸਲਾਂ ਬੀਜਦੇ ਸੀ। ਤਾਂ ਇਹਨਾਂ ਨੂੰ ਕਣਕ ਬਾਰੇ ਵੀ ਪਤਾ ਸੀ, ਜੌਂ ਬਾਰੇ ਵੀ ਪਤਾ ਸੀ, ਰਾਏ ਬਾਰੇ ਵੀ ਪਤਾ ਸੀ, ਮਟਰ ਬਾਰੇ ਵੀ ਪਤਾ ਸੀ, ਤਿਲ ਬਾਰੇ ਵੀ ਪਤਾ ਸੀ, ਦਾਲ, ਛੋਲੇ, ਸਰੋਂ, ਕਪਾਹ, ਖਜੂਰ ਅਤੇ ਖਰਬੂਜੇ ਜਾਂ ਵਾਟਰਮੈਲਨ ਵਗੈਰਾ ਸਭ ਚੀਜ਼ਾਂ ਬਾਰੇ ਇਹਨੂੰ ਪਤਾ ਸੀ। ਤਾਂ ਇਹ ਫਸਲਾਂ ਵਿੱਚ ਕਣਕ ਬੀਜਦੇ ਸੀ, ਜੌਂ ਬੀਜਦੇ ਸੀ, ਰਾਈ ਬੀਜਦੇ ਸੀ, ਮਟਰ ਜਿਸ ਨੂੰ ਪੀ ਕਹਿੰਦੇ ਆ ਉਹ ਬੀਜਦੇ ਸੀ, ਸ਼ੀਸ਼ਾਮਮ ਜੋ ਤਿਲ ਕਹਿੰਦੇ ਆ ਉਹ, ਲੈਂਟਿਲ ਦਾਲਾਂ, ਚੀਪਿਕ ਛੋਲੇ, ਮਸਟਰਡ, ਸਰੋਂ, ਕਪਾਹ, ਖਜੂਰ ਅਤੇ ਖਰਬੂਜੇ ਸਭ ਚੀਜ਼ਾਂ ਇਹਨਾਂ ਵੱਲੋਂ ਬੀਜੀਆਂ ਜਾਂਦੀਆਂ ਸੀ। ਨੈਕਸਟ ਹੈ ਜੀ, ਨੋਟ ਕਰੋ। ਦੇਖੋ ਇਹ ਪੇਪਰ ਵਿੱਚ ਆਉਣ ਵਾਲੀਆਂ ਮੇਨ ਚੀਜ਼ਾਂ ਨੇ, ਜਿੱਥੇ ਮੈਂ ਨੋਟ ਲਿਖਦਾ, ਨੋਟ ਦਾ ਮਤਲਬ ਕੀ ਹੈ, ਪੇਪਰ ਵਿੱਚ ਆਉਣਾ। ਤੁਹਾਨੂੰ ਕੀ ਮਿਲਿਆ, ਦੇਖੋ ਪੇਪਰ 'ਚ ਕੀ ਪੁੱਛਿਆ ਜਾਂਦਾ ਕਿ ਇਹ ਸਿੰਧੂ ਘਾਟੀ ਦੇ ਲੋਕ ਚੌਲ ਬੀਜਦੇ ਸੀ, ਇਸ ਦਾ ਸਬੂਤ ਕਿੱਥੋਂ ਮਿਲਿਆ। ਤਾਂ ਈਵੀਡੈਂਸ ਆਫ ਰਾਈਸ ਕਿੱਥੋਂ ਮਿਲੇ ਨੇਗੇ, ਲੋਥਲ ਐਂਡ ਰੰਗਪੁਰ। ਲੋਥਲ ਅਤੇ ਰੰਗਪੁਰ ਵਿੱਚੋਂ ਚੌਲਾਂ ਦੇ ਸਬੂਤ ਮਿਲੇ ਨੇਗੇ, ਰਾਈਸ ਹਸਕ ਮਿਲੀਆਂ ਨੇਗੀਆਂ।
ਠੀਕ ਹੈ ਜੀ। ਉੱਥੋਂ ਪਤਾ ਲੱਗਦਾ ਕਿ ਇਹ ਚੌਲ ਵੀ ਬੀਜਦੇ ਸੀ। ਤਾਂ ਏਵੀਡੈਂਸ ਆਫ ਰਾਈਸ ਮਿਲੇ ਨੇ ਆਪਾਂ ਨੂੰ ਲੋਥਲ ਅਤੇ ਰੰਗਪੁਰ ਵਿੱਚੋਂ। ਸਿੰਧੂ ਘਾਟੀ ਦੇ ਲੋਕ ਦੁਨੀਆ ਵਿੱਚ ਪਹਿਲੇ ਸੀਗੇ ਜਿਨ੍ਹਾਂ ਨੇ ਕੀ ਪ੍ਰੋਡਿਊਸ ਕੀਤੀ, ਕਾਟਨ ਪ੍ਰੋਡਿਊਸ ਕੀਤੀ। ਸਿੰਧ ਲੋਕ ਕਪਾਹ ਪੈਦਾ ਕਰਨ ਵਾਲੇ ਸਭ ਤੋਂ ਪਹਿਲੇ ਲੋਕ ਸਨ। ਕਾਲੀ ਬੰਗਾਂ ਦੇ ਵਿੱਚੋਂ, ਕਾਲੀ ਬੰਗਾਂ 'ਚੋਂ ਇੱਕ ਲੱਕੜ ਦਾ ਹਲ ਮਿਲਿਆ ਅਤੇ ਲੱਕੜ ਦੇ ਹਲ ਨਾਲ ਵਾਹਿਆ ਹੋਇਆ ਪੂਰਾ ਖੇਤ ਮਿਲਿਆ। ਇਹ ਮਤਲਬ ਕਿ ਉਹ ਵੀ ਸੁਹਾਗਾ ਵਗੈਰਾ ਮਾਰਦੇ ਸੀਗੇ, ਠੀਕ ਹੈ, ਪੂਰਾ ਖੇਤ ਵਾਹ ਕੇ ਫਿਰ ਫਸਲ ਬੀਜਦੇ ਸੀ। ਤਾਂ ਪਲੱਥਡ ਫੀਲਡ ਮਿਲੇ ਨੇਗੇ ਵਿਦ ਵੁਡਨ ਪਲੱਥ ਫੰਡ ਇਨ ਕਾਲੀ ਬੰਗਾ। ਓਕੇ, ਤਾਂ ਇਹ ਕੁਐਸਚਨ ਆਉਂਦਾ ਹੈ ਕਿ ਪਲੱਥਡ ਫੀਲਡ ਵਾਹੇ ਹੋਏ ਖੇਤ ਅਤੇ ਵੁਡਨ ਪਲੱਥ ਲੱਕੜ ਦੇ ਹਲ ਕਿੱਥੋਂ ਮਿਲੇ ਨੇ, ਤਾਂ ਕਾਲੀ ਬੰਗਾਂ 'ਚੋਂ ਮਿਲੇ ਨੇ। ਬੰਨਾਵਾਲੀ ਤੋਂ ਆਪਾਂ ਨੂੰ ਟੈਰਾਕੋਟਾ ਪਲੱਥ, ਠੀਕ ਹੈ ਜੀ, ਜੋ ਟੈਰਾਕੋਟਾ ਦਾ ਬਣਿਆ ਹੋਇਆ ਹਲ ਦਾ ਮਾਡਲ, ਛੋਟਾ ਹਲ ਜਿਵੇਂ ਖਿਡੌਣੇ ਟਾਈਪ, ਉਹ ਮਿਲਿਆ ਆਪਾਂ ਨੂੰ ਕਿੱਥੋਂ, ਬੰਨਾਵਾਲੀ ਤੋਂ, ਜੋ ਹਰਿਆਣੇ ਦੇ ਵਿੱਚ। ਤਾਂ ਟੈਰਾਕੋਟਾ ਪਲੱਥ ਮਿਲਿਆ ਆਪਾਂ ਨੂੰ ਬੰਨਾਵਾਲੀ ਹਰਿਆਣੇ ਦੇ ਵਿੱਚੋਂ। ਖੇਤੀਬਾੜੀ ਦੇ ਨਾਲ ਨਾਲ ਇਹ ਵੱਡੇ ਪੱਧਰ ਦੇ ਉੱਤੇ ਡੋਮੈਸਟੀਕੇਟ ਕਰਦੇ ਸੀਗੇ ਐਨੀਮਲਸ ਨੂੰ। ਡੋਮੈਸਟੀਕੇਟਡ ਐਨੀਮਲਸ ਔਨ ਲਾਰਜ ਸਕੇਲ, ਵੱਡੇ ਪੱਧਰ 'ਤੇ ਪਾਲਤੂ ਜਾਨਵਰ ਵੀ ਬਣਾਏ ਜਾਂਦੇ ਸੀ ਜਾਂ ਰੱਖੇ ਜਾਂਦੇ ਸੀ। ਇਹਨਾਂ ਵਿੱਚ ਕਿਹੜੇ ਕਿਹੜੇ ਜਾਨਵਰ ਸੀਗੇ, ਕੈਟਲ ਜੋ ਆਪਣੇ ਗਊ ਮੱਝ ਹੋ ਗਈ, ਬਫੈਲੋ, ਸ਼ੀਪ, ਪਿਗ, ਕੈਟ, ਗੋਟ ਐਂਡ ਡੌਗਸ। ਗਊ, ਮੱਝ, ਭੇਡ, ਸੂਰ, ਬਿੱਲੀਆਂ, ਬੱਕਰੀਆਂ ਅਤੇ ਕੁੱਤੇ, ਇਹ ਸਭ ਇਹਨਾਂ ਵੱਲੋਂ ਪਾਲੇ ਜਾਂਦੇ ਸੀਗੇ, ਡੋਮੈਸਟੀਕੇਟ ਕੀਤੇ ਜਾਂਦੇ ਸੀਗੇ। ਤਾਂ ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਨੇ ਬੇਟੇ, ਪੇਪਰ ਦੇ ਵਿੱਚ ਆਉਣ ਲਈ ਸਭ ਤੋਂ ਇੰਪੋਰਟੈਂਟ ਨੇਗੀਆਂ। ਪੇਪਰ ਵਿੱਚ ਇਹੀ ਕੁਐਸਚਨ ਆਉਣਗੇ ਕਿ ਸਬੂਤ ਕਿੱਥੋਂ ਮਿਲੇ ਨੇ ਕਿ ਇਹ ਚੌਲ ਬੀਜਦੇ ਸੀ, ਈਵੀਡੈਂਸ ਆਫ ਰਾਈਸ, ਲੋਥਲ ਅਤੇ ਰੰਗਪੁਰ। ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਪਹਿਲੇ ਲੋਕ ਸੀ ਜਿਨ੍ਹਾਂ ਨੇ ਕਿਹੜੀ ਫਸਲ ਬੀਜੀ, ਦਾ ਆਂਸਰ ਆਊਗਾ ਕਪਾਹ, ਕੋਟਨ। ਪਲੱਥਡ ਫੀਲਡਸ, ਕਾਲੀ ਬੰਗਾਂ ਤੋਂ ਕੀ ਮਿਲੇ ਨੇ, ਵਾਹੇ ਹੋਏ ਖੇਤ ਮਿਲੇ ਨੇ ਲੱਕੜ ਦੇ ਹਲ ਨਾਲ। ਲੱਕੜ ਦੇ ਜਿਹੜਾ ਆਪਣਾ ਹਲ ਦਾ ਟੈਰਾਕੋਟਾ ਮਾਡਲ ਕਿੱਥੋਂ ਮਿਲਿਆ, ਬੰਨਾਵਾਲੀ ਤੋਂ। ਇਹ ਸਭ ਚੀਜ਼ਾਂ ਪੇਪਰ ਦੇ ਵਿੱਚ ਆਉਣ ਵਾਲੀਆਂ ਨੇ। ਜਾਨਵਰਾਂ ਉੱਤੇ ਦੇਖੋ ਡੋਮੈਸਟੀਕੇਟ ਜਿਹੜੇ ਕੀਤੇ ਗਏ ਉਹਨਾਂ ਵਿੱਚ ਕੀ ਕੁਐਸਚਨ ਆਉਣਗੇ। ਜਾਨਵਰ ਰੱਖਦੇ ਸੀਗੇ ਪਰ ਉਹਨਾਂ ਵਿੱਚ ਘੋੜਾ ਜੋ ਸੀ, ਹੋਰਸ ਵਾਜ਼ ਇਜ਼ ਨੋਟ ਰੈਗੂਲਰ ਯੂਜ਼, ਇਸ ਨੂੰ ਨਿਯਮਿਤ ਤੌਰ 'ਤੇ ਨਹੀਂ ਵਰਤਦੇ ਸੀ, ਯਾਨੀ ਕਿ ਡੇਲੀ ਲਾਈਫ ਵਿੱਚ ਘੋੜਾ ਨਹੀਂ ਵਰਤਿਆ ਜਾਂਦਾ ਸੀ। ਹਾਂ, ਪਰ ਐਲੀਫੈਂਟ ਨੂੰ ਇਹ ਯੂਜ਼ ਕਰਦੇ ਸੀ। ਪਰ ਐਲੀਫੈਂਟ ਦੀ ਵਰਤੋਂ ਇਹ ਕਰਦੇ ਸੀਗੇ ਭਾਰੀ ਸਮਾਨ ਨੂੰ ਚੱਕਣ ਲਈ, ਇੱਧਰ ਉੱਧਰ ਲੈ ਕੇ ਜਾਣ ਲਈ, ਇਹਨਾਂ ਚੀਜ਼ਾਂ ਲਈ। ਪਰ ਘੋੜਾ ਅਜੇ, ਹੋਰਸ ਅਜੇ ਰੈਗੂਲਰ ਯੂਜ਼ ਵਿੱਚ ਨਹੀਂ ਸੀ। ਇਹਨਾਂ ਉੱਤੇ ਨੋਟ ਦੇਖੋ ਐਨੀਮਲਸ ਦੇ ਉੱਤੇ ਕਿਸ ਤਰੀਕੇ ਦਾ ਆਉਂਦਾ, ਜਿਵੇਂ ਆਪਾਂ ਨੇ ਪਿੱਛੇ ਪੜ੍ਹਿਆ ਐਗਰੀਕਲਚਰ ਉੱਤੇ ਪੁੱਛਿਆ ਵੇ ਰਿਮੇਨਸ ਆਫ ਹਾਰਸ, ਘੋੜੇ ਦੇ ਅਵਸ਼ੇਸ਼ ਕਿੱਥੋਂ ਮਿਲੇ ਨੇ, ਤਾਂ ਘੋੜੇ ਦੇ ਅਵਸ਼ੇਸ਼ ਮਿਲੇ ਨੇ ਸੁਰਕੋ ਟਾਡਾ ਤੋਂ, ਠੀਕ ਹੈ ਜੀ, ਸੁਰਕੋ ਟਾਡਾ ਤੋਂ ਘੋੜੇ ਦੇ ਅਵਸ਼ੇਸ਼ ਮਿਲੇ ਨੇ। ਬੋਨਸ ਆਫ ਐਲੀਫੈਂਟ, ਹਾਥੀ ਦੀਆਂ ਹੱਡੀਆਂ, ਹਾਥੀ ਦੀਆਂ ਹੱਡੀਆਂ ਮਿਲੀਆਂ ਨੇ ਰੋਪੜ ਤੋਂ, ਠੀਕ ਹੈ, ਪੰਜਾਬ ਵਿੱਚ ਰੋਪੜ ਹੈ ਜੋ ਆਜ਼ਾਦੀ ਤੋਂ ਬਾਅਦ ਪਹਿਲਾ ਜਗ੍ਹਾ ਜਿਸ ਨੂੰ ਲੱਭਿਆ ਗਿਆ, ਉੱਥੋਂ ਕੀ ਮਿਲੀਆਂ ਨੇ, ਹਾਥੀ ਦੀਆਂ ਹੱਡੀਆਂ ਮਿਲੀਆਂ ਨੇ। ਰੋਪੜ ਵਿੱਚੋਂ ਹੀ ਇਸ ਤਰੀਕੇ ਦੀਆਂ ਗ੍ਰੇਵਸ ਮਿਲੀਆਂ ਨੇ, ਕਬਰਾਂ ਮਿਲੀਆਂ ਨੇ ਜਿੱਥੇ ਕਿ ਇਨਸਾਨ ਦੇ ਨਾਲ ਕਿਸ ਨੂੰ ਦਫਨ ਕੀਤਾ ਹੋਇਆ ਸੀ, ਡੌਗਸ, ਉਹਨਾਂ ਦੇ ਕੁੱਤਿਆਂ ਦੇ ਨੂੰ ਵੀ ਦਫਨ ਕੀਤਾ ਹੋਇਆ ਸੀ, ਯਾਨੀ ਕਿ ਬੰਦਿਆਂ ਦੀ ਕਬਰਾਂ ਵਿੱਚੋਂ ਹੀ ਕੁੱਤਿਆਂ ਦੇ ਵੀ ਅਵਸ਼ੇਸ਼ ਮਿਲੇ ਨੇ। ਮਤਲਬ ਬੰਦੇ ਦੇ ਨਾਲ ਉਸਦਾ ਕੁੱਤਾ ਜਾਂ ਕੁੱਤੇ, ਠੀਕ ਹੈ, ਜਾਂ ਕੁੱਤੇ ਨੂੰ ਉਸਦੇ ਮਾਲਕ ਦੀ ਕਬਰ ਦੇ ਵਿੱਚ ਹੀ ਦਫਨਾ ਕੀਤਾ ਜਾਂਦਾ ਸੀ ਇਹ ਚੀਜ਼। ਇਸ ਤੋਂ ਬਾਅਦ ਰਾਈਨੋ, ਗੈਂਡੇ, ਯਾਨੀ ਕਿ ਗੈਂਡੇ ਵੀ ਰੱਖਦੇ ਸੀ। ਤਾਂ ਗੈਂਡਿਆਂ ਦੇ ਜੋ ਰਿਮੇਨਸ ਮਿਲੇ ਨੇ, ਅਵਸ਼ੇਸ਼ ਮਿਲੇ ਨੇ, ਇਹ ਅਮਰੀ ਤੋਂ ਮਿਲੇ ਨੇ। ਅਤੇ ਬੋਨਸ ਆਫ ਕੈਮਲ, ਊਠ ਦੀਆਂ ਜਾਂ ਬੋਤੇ ਦੀਆਂ ਹੱਡੀਆਂ ਮਿਲੀਆਂ ਨੇ ਕਾਲੀ ਬੰਗਾਂ ਤੋਂ, ਠੀਕ ਹੈ ਜੀ। ਕਾਲੀ ਬੰਗਾ ਆਪਾਂ ਨੂੰ ਪਤਾ, ਕਾਲੀ ਬੰਗਾ ਰਾਜਸਥਾਨ ਵਿੱਚ ਹੈ ਅਤੇ ਰਾਜਸਥਾਨ ਦਾ ਸ਼ੀਪ ਕਿਸ ਨੂੰ ਕਹਿੰਦੇ ਨੇ, ਠੀਕ ਹੈ, ਸ਼ਿਪ ਆਫ ਡੈਜ਼ਰਟ, ਮਾਰੂਥਲ ਦਾ ਜਹਾਜ਼ ਕੈਮਲ ਨੂੰ ਕਹਿੰਦੇ ਨੇ। ਤਾਂ ਉੱਥੋਂ ਯਾਦ ਰੱਖ ਸਕਦੇ ਹੋ ਕਿ ਬੋਨਸ ਆਫ ਕੈਮਲਸ ਕਿੱਥੋਂ ਮਿਲੀਆਂ ਨੇ, ਕਾਲੀ ਬੰਗਾਂ ਤੋਂ। ਕਾਲੀ ਬੰਗਾ ਵਿਖੇ ਊਠ ਦੀਆਂ ਹੱਡੀਆਂ ਮਿਲੀਆਂ ਹਨ। ਨੈਕਸਟ ਦੇਖੋ ਅੱਗੇ, ਜੋ ਆਪਣੇ ਇਹ ਫੂਡ ਗ੍ਰੇਨ ਸੀਗੇ, ਅਨਾਜ ਸੀ, ਉਸ ਨੂੰ ਇਹ ਭੰਡਾਰ ਕਿੱਚ ਕਰਦੇ ਸੀ, ਸਟੋਰਡ ਇਨ ਗ੍ਰੈਨਰੀਜ਼, ਠੀਕ ਹੈ। ਅਨਾਜ ਜਾਂ ਅਨਾਜ ਭੰਡਾਰਾਂ ਨੂੰ ਸਟੋਰ ਕੀਤਾ ਜਾਂਦਾ ਸੀਗਾ, ਕਿਹਦੇ ਵਿੱਚ, ਗ੍ਰੈਨਰੀਜ਼ ਦੇ ਵਿੱਚ। ਅਤੇ ਮੈਕਸੀਮਮ ਜੋ ਗ੍ਰੈਨਰੀਜ਼ ਮਿਲੀਆਂ ਨੇ ਕਿਸ ਜਗ੍ਹਾ 'ਤੇ ਮਿਲੀਆਂ ਨੇ, ਹੜੱਪਾ ਦੇ ਵਿੱਚੋਂ ਮਿਲੀਆਂ ਨੇ। ਹੜੱਪਾ ਵਿੱਚ ਅਧਿਕਤਮ ਅਨਾਜ ਭੰਡਾਰ ਪਾਏ ਗਏ ਹਨ। ਤਾਂ ਸਭ ਤੋਂ ਵੱਧ ਗ੍ਰੈਨਰੀਜ਼ ਕਿਸ ਜਗ੍ਹਾ ਤੋਂ ਮਿਲੀਆਂ ਨੇ ਜੀ, ਹੜੱਪਾ ਦੇ ਵਿੱਚੋਂ ਮਿਲੀਆਂ ਨੇ। ਉਸ ਤੋਂ ਬਾਅਦ ਮੋਹਨਜੋਦਾੜੋ ਦੇ ਵਿੱਚੋਂ, ਮੋਹਨਜੋਦਾੜੋ 'ਚੋਂ ਕੀ ਮਿਲਿਆ, ਬੁਣੇ ਹੋਏ ਸੂਤੀ ਕੱਪੜੇ ਦਾ ਇੱਕ ਟੁਕੜਾ ਮਿਲਿਆ, ਠੀਕ ਹੈ ਜੀ। ਜੋ ਬੁਣਿਆ ਹੋਇਆ ਸੀਗਾ ਸੂਤੀ ਕੱਪੜਾ, ਕਾਟਨ ਦਾ ਕੱਪੜੇ, ਉਸਦੇ ਕੀ ਮਿਲੇ ਨੇ, ਸਬੂਤ ਮਿਲੇ ਨੇ, ਇੱਕ ਟੁਕੜਾ ਮਿਲਿਆ ਕਿਸ ਜਗ੍ਹਾ ਤੋਂ, ਮੋਹਨਜੋਦਾੜੋ 'ਚੋਂ। ਵੈਲ ਇਰੀਗੇਸ਼ਨ, ਖੇਤੀਬਾੜੀ ਨੂੰ ਸਿੰਚਾਈ ਕਰਨੀ ਹੈ ਤਾਂ ਖੂਹਾਂ ਨਾਲ ਸਿੰਚਾਈ ਕੀਤੀ ਜਾਂਦੀ ਸੀ, ਇਸ ਦਾ ਸਬੂਤ ਮਿਲਿਆ ਅਲਾਦੀਨੋ ਦੇ ਵਿੱਚੋਂ। ਅਲਾਦੀਨੋ ਪਾਕਿਸਤਾਨ ਦੇ ਵਿੱਚ ਜਗ੍ਹਾ ਹੈ, ਠੀਕ ਹੈ ਜੀ। ਅਲਾਦੀਨੋ ਪਾਕਿਸਤਾਨ ਦੇ ਵਿੱਚ ਜਗ੍ਹਾ, ਇਸ ਜਗ੍ਹਾ ਤੋਂ ਖੂਹਾਂ ਨਾਲ ਆਪਣੀ ਸਿੰਚਾਈ ਕੀਤੀ ਜਾਂਦੀ ਸੀ, ਫਸਲਾਂ ਨੂੰ ਪਾਣੀ ਲਾਇਆ ਜਾਂਦਾ ਸੀ, ਇਸ ਗੱਲ ਦੇ ਕੀ ਮਿਲੇ ਨੇ, ਸਬੂਤ ਮਿਲੇ ਨੇ। ਡੈਮਸ ਐਂਡ ਇਰੀਗੇਸ਼ਨ ਕਨਾਲਸ, ਧੋਲਾਵੀਰਾ ਤੋਂ ਮਿਲੇ, ਧੋਲਾਵੀਰਾ ਤੋਂ ਡੈਮ ਮਿਲੇ,
ਤੇ ਸਿੰਚਾਈ ਨਹਿਰਾਂ ਮਿਲੀਆਂ ਕਿ ਪਾਣੀ ਨੂੰ ਖੇਤਾਂ ਤੱਕ ਲੈ ਕੇ ਜਾਣ ਲਈ ਇਹਨਾਂ ਨੇ ਕੀ ਬਣਾਈਆਂ ਹੋਈਆਂ ਸੀ, ਇੱਕ ਨਹਿਰਾਂ ਟਾਈਪ, ਠੀਕ ਹੈ ਜੀ, ਸਟਰਕਚਰ ਬਣਾਇਆ ਹੋਇਆ ਸੀ ਜਿਸ ਨਾਲ ਪਾਣੀ ਕਿੱਥੇ ਜਾਂਦਾ ਸੀ, ਖੇਤਾਂ ਤੱਕ ਜਾਂਦਾ ਸੀ। ਤਾਂ ਇਹ ਸਬੂਤ ਮਿਲਿਆ ਆਪਣਾ ਧੋਲਾਵੀਰਾ ਤੋਂ। ਸਭ ਤੋਂ ਇੰਪੋਰਟੈਂਟ ਪੁੱਛਿਆ ਜਾਂਦਾ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਕਿਹੜੀ ਫਸਲ ਬਾਰੇ ਨਹੀਂ ਜਾਣਦੇ ਸੀ। ਤਾਂ ਯਾਦ ਰੱਖਣਾ, ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਸ਼ੂਗਰ ਕੇਨ ਅਤੇ ਤੰਬਾਕੂ ਇਹਨਾਂ ਬਾਰੇ ਨਹੀਂ ਜਾਣਦੇ ਸੀ। ਸ਼ੂਗਰ ਕੇਨ ਐਂਡ ਤੰਬਾਕੂ ਵਰ ਨੋਟ ਨਾਊਨ ਟੂ ਇੰਡਸ ਪੀਪਲ, ਠੀਕ ਹੈ। ਸ਼ੂਗਰ ਕੇਨ ਅਤੇ ਤੰਬਾਕੂ ਬਾਰੇ ਇਹ ਲੋਕ ਨਹੀਂ ਜਾਣਦੇ ਸਨ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ। ਤਾਂ ਇਹ ਸੀ ਆਪਣੀ ਸਾਰੀ ਖੇਤੀਬਾੜੀ, ਠੀਕ ਹੈ ਜੀ, ਬੈਕਬੋਨ ਸੀਗੀ ਉਸ ਟਾਈਮ ਦੀ। ਉਸ ਟਾਈਮ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਫਸਲਾਂ ਬੀਜਦੇ ਸੀਗੇ, ਫਸਲਾਂ ਦੇ ਬਾਰੇ ਕਿੱਥੋਂ ਕੀ ਕੀ ਸਬੂਤ ਮਿਲਿਆ, ਕਿਹੜੀਆਂ ਕਿਹੜੀਆਂ ਫਸਲਾਂ ਬੀਜਦੇ ਸੀ, ਐਨੀਮਲਸ ਵੀ ਇਹ ਪਾਲਦੇ ਸੀਗੇ ਅਤੇ ਉਸ ਪਾਲਤੂ ਐਨੀਮਲਸ ਦੇ ਬਾਰੇ ਕੀ ਕੀ ਕੁਐਸਚਨ ਆ ਸਕਦੇ ਨੇ, ਕੀ ਕੀ ਸਬੂਤ ਮਿਲਿਆ, ਇਹ ਪੜ੍ਹਿਆ। ਇਸ ਤੋਂ ਪਹਿਲਾਂ ਸਾਈਟਸ ਪੜ੍ਹੀਆਂ, ਸਾਰਾ ਕੁਛ ਓਕੇ। ਹੁਣ ਦੇਖੋ ਇਕੋਨਮੀ ਦਾ ਦੂਜਾ ਭਾਗ ਕੀ ਸੀ, ਕਿ ਪਹਿਲਾਂ ਤਾਂ ਉਹ ਐਗਰੀਕਲਚਰ 'ਤੇ ਡਿਪੈਂਡ ਕਰਦਾ ਸੀ, ਪਰ ਦੂਸਰਾ ਕੀ ਸੀ, ਟਰੇਡ ਐਂਡ ਕਮਰਸ, ਵਪਾਰ ਅਤੇ ਵਣਜ। ਤਾਂ ਸਿੰਧੂ ਘਾਟੀ ਦੇ ਲੋਕ ਦੋਨੇ ਤਰੀਕੇ ਦਾ ਵਪਾਰ ਕਰਦੇ ਸੀ, ਐਕਸਟਰਨਲ ਵੀ ਅਤੇ ਇੰਟਰਨਲ ਵੀ, ਮਤਲਬ ਬਾਹਰੀ ਵਪਾਰ ਵੀ ਕਰਦੇ ਸੀ ਅਤੇ ਅੰਦਰੂਨੀ ਵਪਾਰ ਵੀ ਕਰਦੇ ਸੀ। ਬਾਹਰੀ ਵਪਾਰ ਹੋ ਗਿਆ ਵਿਦ ਕੰਟੈਂਪਰਰੀ ਸਿਵਲਾਈਜੇਸ਼ਨਸ, ਪੰਜਾਬੀ ਵਿੱਚ ਜੋ ਸਮਕਾਲੀਨ ਸੱਭਿਅਤਾਵਾਂ ਸੀ, ਲਾਈਕ ਮੈਸੋਪੋਟਾਮੀਆ ਐਂਡ ਇਜਿਪਟ। ਮੈਸੋਪੋਟਾਮੀਆ ਅਤੇ ਇਜਿਪਟ ਵਰਗੇ ਜੋ ਸਿਵਲਾਈਜੇਸ਼ਨ ਸੀ ਉਹਨਾਂ ਨਾਲ ਜਿਹੜਾ ਵਪਾਰ ਕੀਤਾ ਜਾਂਦਾ ਸੀ ਉਹ ਕਿਹੜਾ ਸੀ, ਐਕਸਟਰਨਲ ਟਰੇਡ ਕਹਾਉਂਦਾ ਸੀ, ਬਾਹਰੀ ਵਪਾਰ। ਅੰਦਰੂਨੀ ਵਪਾਰ ਹੁੰਦਾ ਸੀ ਵਿਦਿਨ ਸਿਟੀਜ਼ ਆਫ ਇੰਡਸ ਵੈਲੀ ਸਿਵਲਾਈਜੇਸ਼ਨ। ਸਿੰਧੂ ਘਾਟੀ ਸੱਭਿਅਤਾ ਦੇ ਜਿਹੜੇ ਸ਼ਹਿਰ ਸੀ ਉਹਨਾਂ ਦਾ ਆਪਸ 'ਚ ਜਿਹੜਾ ਵਪਾਰ ਹੁੰਦਾ ਸੀ, ਜਿਵੇਂ ਹੜੱਪਾ ਵਾਲਿਆਂ ਨੇ ਮੋਹਿੰਜੋਦਾੜੋ ਨਾਲ ਕਰ ਲਿਆ, ਮੋਹਿੰਜੋਦਾੜੋ ਵਾਲਿਆਂ ਨੇ ਚਨੋਦਾਰੋ ਵਾਲਿਆਂ ਨਾਲ ਕਰ ਲਿਆ, ਚਨੋਦਾਰੋ ਵਾਲਿਆਂ ਨੇ ਕਾਲੀਬੰਗਾ ਵਾਲਿਆਂ ਨਾਲ ਕਰ ਲਿਆ। ਇਸ ਤਰੀਕੇ ਨਾਲ ਜਿਹੜੇ ਇਹ ਅੰਦਰੂਨੀ ਵਪਾਰ ਚੱਲਦੇ ਸੀ ਉਸ ਨੂੰ ਕਹਿੰਦੇ ਸੀ ਅੰਦਰੂਨੀ, ਯਾਨੀ ਕਿ ਆਪਸ 'ਚ ਸ਼ਹਿਰਾਂ ਦੇ ਲੋਕ ਆਪਸ 'ਚ ਹੀ ਕਰਦੇ ਸੀ। ਐਕਸਟਰਨਲ ਵਪਾਰ ਜਿਹੜਾ ਹੁੰਦਾ ਸੀ, ਇਹ ਹੁੰਦਾ ਸੀ ਵਿਦ ਦਾ ਹੈਲਪ ਆਫ ਬੋਟਸ, ਕਿਸ਼ਤੀਆਂ ਦੀ ਹੈਲਪ ਦੇ ਨਾਲ ਇਹ ਵਪਾਰ ਕੀਤਾ ਜਾਂਦਾ ਸੀ। ਇੰਟਰਨਲ ਟਰੇਡ ਇਹ ਹੁੰਦਾ ਸੀ ਬਲਕ ਕਾਰਟ ਦੀ ਫੋਰਮ ਦੇ 'ਚ ਹੈਲਪ ਨਾਲ, ਯਾਨੀ ਕਿ ਬੈਲ ਗੱਡੀਆਂ ਦੀ ਮਦਦ ਦੇ ਨਾਲ। ਤਾਂ ਦੋ ਤਰੀਕੇ ਦੇ ਵਪਾਰ ਹੁੰਦੇ ਸੀ, ਐਕਸਟਰਨਲ ਅਤੇ ਇੰਟਰਨਲ। ਐਕਸਟਰਨਲ ਵਪਾਰ ਬਾਹਰੀ ਵਪਾਰ, ਇਹ ਕੰਟੈਂਪਰੇਰੀ ਸਿਵਲਾਈਜੇਸ਼ਨ ਦੇ ਨਾਲ ਹੁੰਦਾ ਸੀ ਜੋ ਸਮਕਾਲੀਨ ਸੱਭਿਅਤਾਵਾਂ ਸੀ, ਜਿਵੇਂ ਮੈਸੋਪੋਟਾਮੀਆ ਅਤੇ ਇਜਿਪਟ ਵਗੈਰਾ। ਅੰਦਰੂਨੀ ਜਾਂ ਇੰਟਰਨਲ ਵਪਾਰ ਹੁੰਦਾ ਸੀਗਾ ਵਿਦਿਨ ਸਿਟੀਜ਼ ਆਫ ਇੰਡਸ ਵੈਲੀ ਸਿਵਲਾਈਜੇਸ਼ਨ, ਜੋ ਉਹਨਾਂ ਦੇ ਸ਼ਹਿਰ ਸੀਗੇ, ਹੜੱਪਾ, ਮੋਹਿੰਜੋਦਾੜੋ, ਕਾਲੀਬੰਗਾ, ਠੀਕ ਹੈ, ਸੁਰਕੋਟਾਡਾ, ਐਸੇ ਸ਼ਹਿਰਾਂ ਦੇ ਨਾਲ ਹੁੰਦਾ ਸੀ। ਐਕਸਟਰਨਲ ਵਪਾਰ ਕਰਿਆ ਜਾਂਦਾ ਸੀਗਾ ਕਿਸ਼ਤੀਆਂ ਦੀ ਹੈਲਪ ਦੇ ਨਾਲ, ਬੋਟਸ। ਤਾਂ ਹੀ ਆਪਾਂ ਕਹਿੰਦੇ ਹਾਂ ਕਿ ਲੋਥਲ ਵਿੱਚੋਂ ਕੀ ਮਿਲਿਆ, ਡੋਕਯਾਰਡ ਮਿਲਿਆ, ਠੀਕ ਹੈ, ਕਿਉਂਕਿ ਬੋਟਸ ਨੇ ਜਾ ਕੇ ਬੰਦਰਗਾਹ 'ਤੇ ਰੁਕਣਾ, ਤਾਂ ਬੰਦਰਗਾਹ ਕਿੱਥੇ ਬਣਾਈ ਗਈ, ਆਪਣੀ ਲੋਥਲ ਵਿੱਚ ਬਣਾਈ ਗਈ। ਅਤੇ ਜੋ ਅੰਦਰੂਨੀ ਵਪਾਰ ਹੁੰਦਾ ਸੀ ਉੱਥੇ ਤਾਂ ਹੋਰ ਬਾਇਆ ਰੋਡ ਜਾ ਸਕਦੇ ਸੀਗੇ, ਠੀਕ ਹੈ, ਬੈਲ ਗੱਡੀਆਂ ਦੀ ਹੈਲਪ ਨਾਲ। ਤਾਂ ਅੰਦਰੂਨੀ ਵਪਾਰ ਲਈ ਇਹ ਬੈਲ ਗੱਡੀਆਂ ਵਰਤਦੇ ਸੀਗੇ। ਤਾਂ ਅੱਗੇ ਦੇਖੋ, ਹੁਣ ਦੇਖੋ ਵਪਾਰ ਤਾਂ ਹੋਣਾ ਸੀ, ਵਪਾਰ ਆਪਾਂ ਮੇਨ ਕਿਉਂ ਕਰਦੇ ਹਾਂ, ਪੈਸਾ ਕਮਾਉਣ ਲਈ। ਤਾਂ ਉਰੇ ਪੈਸਾ ਸੀ ਜਾਂ ਨਹੀਂ, ਤਾਂ ਯਾਦ ਰੱਖਣੀ ਹੈ ਕਿ ਉਰੇ ਕੋਈ ਵੀ ਨੋ ਮੈਟੈਲਿਕ ਕਰੰਸੀ, ਕੋਈ ਧਾਤੂ ਮੁਦਰਾ ਨਹੀਂ ਸੀ, ਯਾਨੀ ਕਿ ਆਪਣੇ ਵਾਂਗੂ ਸਿੱਕੇ ਪੈਸੇ ਐਸਾ ਕੁਛ ਨਹੀਂ ਸੀ। ਤਾਂ ਮੈਟੈਲਿਕ ਕਰੰਸੀ ਨਹੀਂ ਸੀ। ਤਾਂ ਫਿਰ ਇਹ ਕਿਵੇਂ ਕਰਦੇ ਸੀ ਵਪਾਰ, ਤਾਂ ਵਪਾਰ ਦਾ ਜੋ ਸਿਸਟਮ ਸੀ ਉਸ ਨੂੰ ਕਿਹਾ ਜਾਂਦਾ ਬਾਰਟਰ ਸਿਸਟਮ। ਬਾਰਟਰ ਸਿਸਟਮ ਮਤਲਬ ਹੁੰਦਾ ਕਿ ਇੱਕ ਚੀਜ਼ ਦੇ ਵੰਡੇ ਦੂਜੀ ਚੀਜ਼ ਲੈਣੀ ਦੇਣੀ, ਠੀਕ ਹੈ, ਇੱਕ ਚੀਜ਼ ਦੇ ਵੰਡੇ ਦੂਜੀ ਚੀਜ਼ ਦਾ ਲੈਣ ਦੇਣ ਕਰਨਾ। ਯਾਨੀ ਕਿ ਨਾ ਜੇਕਰ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਕਾਟਨ ਲੈ ਕੇ ਗਏ ਤਾਂ ਉਹ ਮੈਸੋਪੋਟਾਮੀਆ ਵਾਲੇ ਲੋਕਾਂ ਤੋਂ ਕੀ ਲਿਆਏ, ਕਾਟਨ ਦੇ ਵੰਡੇ, ਡੇਟਸ ਲਿਆਏ। ਉਹਨਾਂ ਨੇ ਇਹਨਾਂ ਨੂੰ ਡੇਟਸ ਦੇ ਦਿੱਤੀਆਂ, ਇਹਨਾਂ ਨੇ ਉਹਨਾਂ ਨੂੰ ਕਾਟਨ ਦੇ ਦਿੱਤੀ, ਜਾਂ ਇਹਨਾਂ ਨੇ ਇਹਨਾਂ ਨੂੰ ਸੋਨਾ ਦੇ ਦਿੱਤਾ, ਉਹਨਾਂ ਨੇ, ਠੀਕ ਹੈ ਜੀ, ਇਹਨਾਂ ਨੇ ਕਾਟਨ ਦੇ ਦਿੱਤੀ, ਉਹਨਾਂ ਨੇ ਸੋਨਾ ਦੇ ਦਿੱਤਾ। ਇਸ ਤਰੀਕੇ ਨਾਲ ਕੰਮ ਆਪਣਾ, ਤਾਂ ਇਸ ਤਰੀਕੇ ਨਾਲ ਇਹ ਕੰਮ ਚੱਲਦਾ ਰਹਿੰਦਾ ਸੀ। ਤਾਂ ਕੋਈ ਮੈਟੈਲਿਕ ਕਰੰਸੀ ਨਹੀਂ ਸੀ, ਬਾਰਟਰ ਸਿਸਟਮ ਸੀ, ਇੱਕ ਚੀਜ਼ ਦੇ ਵੰਡੇ ਦੂਜੀ ਚੀਜ਼ ਲੈਣਾ। ਹੋਰ ਸਮਝਾਉਣ ਲਈ ਦੱਸਾਂ ਤਾਂ ਜਿਵੇਂ ਆਪਣਾ ਪਿੰਡਾਂ ਦੇ ਵਿੱਚ, ਆਪਾਂ ਨਾ ਅੱਜ ਤੋਂ 10 ਕੁ ਸਾਲ ਪਹਿਲਾਂ ਦੀ ਗੱਲ ਦੇਖੀਏ ਤਾਂ ਆਪਾਂ ਪਿੰਡਾਂ 'ਚ ਜੋ ਜਾਂਦੇ ਸੀ, ਜਿਵੇਂ ਮੈਂ ਆਪਣੇ ਭੂਆ ਹੋਣਾ ਕੋਲ ਜਾਂਦਾ ਸੀ ਜਾਂ ਨਾਨਕੇ, ਤਾਂ ਉੱਥੇ ਕੀ ਹੁੰਦਾ ਸੀ ਨਾ, ਉਹ ਆਪਣੀ ਇੱਕ ਆਈਸਕ੍ਰੀਮ ਵਾਲਾ ਆਉਂਦਾ ਸੀ, ਕੁਲਫੀ ਦੇਣ ਵਾਲਾ। ਉਹ ਆਈਸਕ੍ਰੀਮ ਵਾਲਾ ਕੀ ਕਰਦਾ ਸੀ, ਉਹ ਪੈਸੇ ਨਹੀਂ ਲੈਂਦਾ ਸੀ, ਪੈਸੇ ਤਾਂ ਕਹਿੰਦਾ ਸੀ ਕਿ ਦੇਣੇ ਆ ਦੇ ਲਓ, ਪਰ ਮੇਨ ਗੱਲ ਕੀ ਹੁੰਦੀ ਸੀ, ਉਹ ਮੇਰੀ ਭੂਆ ਹੋਣਾ ਤੋਂ ਵੀਟ ਲੈ ਲੈਂਦਾ ਸੀ, ਮਤਲਬ ਕਣਕ। ਉਹ ਇੱਕ ਕਣਕ ਦਾ ਕੋਲਾ ਪਾ ਦਿੰਦੇ, ਉਹਦੇ ਵੰਡੇ ਉਹ ਸਾਰੇ ਬੱਚਿਆਂ ਨੂੰ ਕੀ ਦੇ ਦਿੰਦਾ, ਆਈਸਕ੍ਰੀਮ ਦੇ ਦਿੰਦਾ। ਤਾਂ ਮਤਲਬ ਇੱਕ ਚੀਜ਼ ਦੇ ਵੰਡੇ ਦੂਜੀ ਚੀਜ਼ ਦੇਣੀ।
ਆ ਚੀਜ਼, ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਬਾਰਟਰ ਸਿਸਟਮ ਕਹਿੰਦੇ ਆ। ਉਹ ਆਈਸਕ੍ਰੀਮ ਦਿੰਦਾ ਸੀ, ਬਦਲੇ ਵਿੱਚ ਉਸਨੂੰ ਕਣਕ ਮਿਲਦੀ ਸੀ, ਉਹ ਕਣਕ ਅੱਗੇ ਪਿਸਾ ਵਗੈਰਾ ਕਰਕੇ ਕੀ ਕਰ ਲੈਂਦਾ, ਆਟਾ ਬਣਾ ਲੈਂਦਾ, ਆਪਦੇ ਘਰ-ਬਾਰ ਦੀ ਰੋਜ਼ੀ ਰੋਟੀ ਚੱਲਦੀ ਸੀਗੀ। ਇਹ ਚੀਜ਼ ਹੁੰਦੀ ਸੀਗੀ। ਅੱਗੇ ਹੁਣ ਦੇਖੋ, ਕੋਈ ਚੀਜ਼ ਲੈ ਕੇ ਗਏ ਨੇ, ਕੁਛ ਦੇ ਕੇ ਗਏ ਨੇ, ਕਾਟਨ ਲੈ ਗਏ ਨੇ, ਡੇਟਸ ਲੈ ਕੇ ਆਏ ਨੇ, ਤਾਂ ਉਹਨਾਂ ਵਿੱਚ ਕੁਛ ਤਾਂ ਹੋਊਗਾ ਨਾ ਕਿ ਅਸੀਂ ਕਿੰਨੀ ਲੈ ਕੇ ਗਏ ਹਾਂ, ਕਿੰਨਾ ਲੈ ਕੇ ਆਏ ਹਾਂ। ਤਾਂ ਉਹਦੇ ਲਈ ਇਹਨਾਂ ਨੇ ਵੇਟ ਐਂਡ ਮਈਅਰ ਬਣਾਏ ਹੋਏ ਸੀ। ਜੋ ਇਹਨਾਂ ਦੇ ਵੇਟ ਸੀਗੇ ਇਹ ਚੈਰਟ ਦੇ ਬਣੇ ਹੋਏ ਸੀਗੇ, ਅਤੇ ਕੁਛ ਇਹਨਾਂ ਵਿੱਚੋਂ ਲਾਈਮਸਟੋਨ ਚੂਨਾ ਪੱਥਰ ਦੇ ਬਣੇ ਹੋਏ, ਅਤੇ ਸਟਰੀਟ ਟਾਈਟ ਇਹ ਮਿੱਟੀ ਸੀਗੀ ਉਸ ਟਾਈਮ ਦੀ, ਇਹਦੇ ਬਣੇ ਹੋਏ ਸੀ। ਅਤੇ ਨਾ ਇਹ ਮੇਨਲੀ ਕਿਊਬ ਇਨ ਸ਼ੇਪ ਹੁੰਦੇ ਸੀਗੇ, ਠੀਕ ਹੈ ਜੀ, ਆਪਣੇ ਕਿਊਬੀਕਲ ਹੁੰਦੇ ਸੀਗੇ। ਜਿਵੇਂ ਆਪਾਂ ਉਹ ਦੇਖਦੇ ਨਾ, ਇੱਕ ਆਪਣਾ ਉਹ ਆਉਂਦਾ ਪਜ਼ਲ ਆਉਂਦਾ ਕਿ ਇੱਕੋ ਜਿਹੇ ਪਾਸੇ ਸੇਮ ਦੀਆਂ ਉਹ ਕਰੋ, ਆਪਣੇ ਰੰਗ ਇਕੱਠੇ ਕਰੋ, ਇੱਕੋ ਜਿਹੇ ਸਾਈਡ 'ਤੇ ਇੱਕੋ ਜਿਹੇ, ਉਸ ਤਰੀਕੇ ਦੇ। ਜਿਵੇਂ ਆਹ ਹੋ ਗਿਆ, ਇਸ ਤਰੀਕੇ ਨਾਲ ਇਹ ਕੀ ਹੁੰਦੀਆਂ ਸੀਗੀਆਂ, ਕਿਊਬੀਕਲ ਇਨ ਸ਼ੇਪ ਹੁੰਦੇ ਸੀਗੇ ਵੇਟ ਐਂਡ ਮਈਅਰਸ। ਅਤੇ ਵੇਟ ਐਂਡ ਮਈਅਰ ਆਫ ਐਕੂਰੇਸੀ ਐਗਜ਼ਿਸਟਡ, ਠੀਕ ਹੈ, ਵਜਨ ਅਤੇ ਸ਼ੁੱਧਤਾ ਦੇ ਮਾਪ ਮੌਜੂਦ ਸਨ। ਇਹਦਾ ਮਿਲੇ ਕਿੱਥੋਂ ਨੂੰ, ਦੇਖੋ ਆਪਾਂ ਕਹਿ ਤਾ ਕਿ ਵੇਟ ਅਤੇ ਮਈਅਰ ਹੁੰਦੇ ਸੀ, ਪਰ ਕਿਤੋਂ ਮਿਲੇ ਤਾਂ ਹੋਣਗੇ। ਅਤੇ ਜੋ ਵੇਟ ਅਤੇ ਮਈਅਰਸ ਮਿਲੇ ਨੇ, ਇਹ ਮਿਲੇ ਨੇ ਲੋਥਲ ਦੇ ਵਿੱਚੋਂ। ਲੋਥਲ ਵਿੱਚੋਂ ਵੇਟ ਅਤੇ ਇਹਨਾਂ ਦੇ ਮੈਜ਼ਰਸ ਮਿਲੇ ਨੇਗੇ। ਅਤੇ ਯਾਦ ਰੱਖਣਾ ਕਿਹਦੇ ਬਣੇ ਹੁੰਦੇ ਸੀ, ਚੈਰਟ ਦੇ ਬਣੇ ਹੁੰਦੇ ਸੀ, ਜਾਂ ਲਾਈਮਸਟੋਨ ਦੇ ਵੀ ਸੀਗੇ, ਕੁਛ ਸਟੀਟਾਈਟ ਦੇ ਵੀ, ਅਤੇ ਸ਼ੇਪ ਸੀ ਇਹਨਾਂ ਦੀ ਕਿਊਬੀਕਲ। ਅਤੇ ਕਿੱਥੋਂ ਮਿਲੇ ਨੇ, ਲੋਥਲ ਦੇ ਵਿੱਚੋਂ ਇਹ ਮਿਲੇ ਨੇ। ਇਹ ਜੋ ਵੇਟ ਸੀਗਾ ਇਹ ਮੇਨਲੀ ਇਸ ਤਰੀਕੇ ਨਾਲ ਸੀਗਾ, ਕਿਵੇਂ 1 ਕਿਲੋ ਹੋ ਗਿਆ ਫੋਰ ਐਗਜ਼ਾਮਪਲ, ਉਸ ਤੋਂ ਬਾਅਦ 2 ਕਿਲੋ, ਫਿਰ 4 ਕਿਲੋ, 8 ਕਿਲੋ, 64 ਕਿਲੋ ਤੱਕ। ਤਾਂ 64 ਕਿਲੋ ਤੱਕ ਵੱਧ ਤੋਂ ਵੱਧ ਇਹਨਾਂ ਕੋਲ ਕੀ ਸੀਗੇ, ਵਜਨ ਦੇ ਆਪਾਂ ਕਹਿ ਲਓ, ਠੀਕ ਆ, ਵੇਟ ਸੀਗੇ ਇਹਨਾਂ ਕੋਲ, ਠੀਕ ਆ ਜੀ, ਬੱਟੇ ਕਹਿ ਲਓ, ਜਿਵੇਂ ਪੰਜਾਬੀ 'ਚ ਕਹਿੰਦੇ ਆ ਬੱਟੇ। ਤਾਂ 1 2 4 8 64 ਤੱਕ 2 ਦਾ ਟੇਬਲ ਆ ਜਿਵੇਂ, ਠੀਕ ਹੈ, ਇਹਦਾ ਦੁੱਗਣਾ ਹੋ ਜਾਂਦਾ ਸੀਗਾ। 1 ਦਾ 2, 2 ਦਾ 4, 4 ਦਾ 8, 8 ਦਾ 16, 16 ਦਾ 32, 32 ਦਾ 64, ਇਸ ਤਰੀਕੇ ਨਾਲ ਚੱਲਦਾ ਸੀਗਾ। ਤਾਂ 64 ਤੱਕ ਜਾ ਕੇ ਇਹਨਾਂ ਕੋਲ ਵੱਧ ਤੋਂ ਵੱਧ ਵੇਟ ਸੀਗਾ, ਠੀਕ ਹੈ। ਉਸ ਤੋਂ ਬਾਅਦ ਅਗਰ ਇਹਨਾਂ ਨੇ ਹੋਰ ਕਰਨਾ ਸੀ ਤਾਂ ਉਹ ਕੀ ਕਰਦੇ ਸੀਗੇ, ਡੈਸੀਮਲ ਮਲਟੀਪਲਾਈ ਕਰਦੇ ਸੀਗੇ 16 ਦਾ, ਠੀਕ ਹੈ, 16 ਦਾ ਡੈਸੀਮਲ ਮਲਟੀਪਲਾਈ ਕਰਦੇ ਸੀਗੇ, ਉਸ ਦੇ ਨਾਲ ਇਹ ਵੇਟ ਦਾ ਪਤਾ ਲਾਉਂਦੇ ਸੀਗੇ। ਤਾਂ ਇਸ ਤਰੀਕੇ ਨਾਲ ਇਹ ਮਾਪ ਤੋਲ ਕਰਦੇ ਸੀ। ਹੁਣ ਦੇਖੋ ਟਰੇਡ ਦੇ ਵਿੱਚ ਵਰਕ ਐਂਡ ਆਰਟ ਵੀ ਚੱਲਦਾ ਸੀਗਾ, ਕਿਵੇਂ ਚੂੜੀਆਂ ਬਣਾਈਆਂ, ਬਰਤਨ ਬਣਾਏ, ਇਹਨਾਂ ਦੇ ਵੀ ਉਹ ਵਪਾਰ ਕਰਦੇ ਸੀ। ਤਾਂ ਚੂੜੀਆਂ ਅਤੇ ਬਰਤਨ ਬਣਾਉਣ ਦੇ ਵਿੱਚ ਫਲਿੰਟ ਟੂਲ ਵਰਕ ਸੀਗਾ, ਜੋ ਵੀ ਇਹਨਾਂ ਨੇ ਆਪਣੇ ਲਾ ਲਓ ਖੇਤੀਬਾੜੀ ਦੇ ਕੋਈ ਵੀ ਟੂਲ ਬਣਾਉਣੇ ਨੇ ਉਹਨਾਂ ਬਾਰੇ। ਸ਼ੈੱਲ ਵਰਕ ਸੀਗਾ, ਜੋ ਸਿੱਪੀਆਂ ਵਗੈਰਾ ਮਿਲਦੀਆਂ ਸੀਗੀਆਂ ਉਹਨਾਂ ਉੱਤੇ ਕਲਾਕਾਰੀ ਕਰਕੇ, ਪੇਂਟਿੰਗ ਵਗੈਰਾ ਕਰਕੇ ਉਹ ਵੇਚਦੇ ਸੀਗੇ, ਜਾਂ ਕਿ ਉਹਨੂੰ ਕਿਵੇਂ ਘਰ ਦੀ ਆਪਾਂ ਡੈਕੋਰੇਸ਼ਨ ਲਈ ਲੈ ਕੇ ਆਉਣੇ ਚੀਜ਼ਾਂ। ਬੈਂਗਲਸ ਬਣਾਈਆਂ ਜਾਂਦੀਆਂ ਸੀਗੀਆਂ, ਔਰਤਾਂ ਪਾਉਂਦੀਆਂ ਸੀਗੀਆਂ। ਅਤੇ ਪੋਟਰੀ ਮੇਕਿੰਗ, ਬਰਤਨ ਬਣਾਏ ਜਾਂਦੇ ਸੀਗੇ। ਇਹਨਾਂ ਸਾਰੀਆਂ ਚੀਜ਼ਾਂ ਲਈ ਰॉ ਮਟੀਰੀਅਲ ਕਿੱਥੋਂ ਆਉਂਦਾ ਸੀਗਾ, ਕੱਚੀ ਜੋ ਸਮਾਨ ਸੀਗਾ ਕੱਚਾ। ਤਾਂ ਇਹਨਾਂ ਸਭ ਚੀਜ਼ਾਂ ਲਈ ਜੋ ਗੋਲਡ ਆਉਂਦਾ ਸੀ ਉੱਤਰੀ ਕਰਨਾਟਕਾ ਦੇ ਵਿੱਚੋਂ, ਨਾਰਥ ਕਰਨਾਟਕਾ ਦੇ ਵਿੱਚੋਂ। ਨਾਰਥ ਕਰਨਾਟਕਾ ਵਿੱਚ 2 ਜਗ੍ਹਾ ਸੀਗੀਆਂ, ਕੋਲਾਰ, ਜਿਹਨੂੰ ਹੁਣੀ ਤੁਸੀਂ KGF ਕਹਿੰਦੇ ਹੋ, ਠੀਕ ਹੈ, ਕੋਲਾਰ ਗੋਲਡ ਮਾਈਨ ਜਾਂ ਫੀਲਡ ਕਹਿ ਦਿੰਦੇ ਹਾਂ, KGF ਕੋਲਾਰ ਗੋਲਡ ਫੀਲਡ। ਉਹ ਤਾਂ ਕੋਲਾਰ ਉੱਥੋਂ ਆਉਂਦਾ ਸੀਗਾ ਸੋਨਾ। ਅਤੇ ਅਨੰਤਪੁਰ ਕਰਨਾਟਕਾ ਦੇ ਵਿੱਚ ਜਗ੍ਹਾ ਹੈ ਅਨੰਤਪੁਰ, ਇਸ ਜਗ੍ਹਾ ਤੋਂ ਕੀ ਆਉਂਦਾ ਸੀਗਾ, ਇਹਨਾਂ ਸਭ ਚੀਜ਼ਾਂ ਨੂੰ ਬਣਾਉਣ ਦੇ ਲਈ ਸੋਨਾ ਆਉਂਦਾ ਸੀਗਾ। ਤਾਂ ਸੋਨਾ ਯਾਦ ਰੱਖਣਾ, ਨਾਰਥ ਕਰਨਾਟਕਾ, ਕੋਲਾਰ ਅਤੇ ਅਨੰਤਪੁਰ ਤੋਂ ਆਉਂਦਾ ਸੀ। ਸਿਲਵਰ ਅਤੇ ਲੈਪਿਸ ਲਜ਼ੂਲੀ ਇੱਕ ਸਟੋਨ ਹੈ ਜੋ ਬਿਊਟੀ ਸਟੋਨ ਹੈ, ਬਹੁਤ ਜ਼ਿਆਦਾ ਸੋਹਣਾ, ਠੀਕ ਹੈ, ਨੀਲੇ ਕਲਰ ਦਾ ਹੁੰਦਾ ਹੈ, ਬਲਿਊ ਸਟੋਨ ਹੈ। ਇਹ ਵੀ ਇਹਨਾਂ ਦੇ ਚਲੋ ਕਿ ਠੀਕ ਹੈ ਘਰ ਦੀ ਸਜਾਵਟ ਲਈ ਜਾਂ ਹੋਰ ਚੀਜ਼ਾਂ ਲਈ ਕੰਮ ਆਉਂਦਾ ਸੀ। ਤਾਂ ਸਿਲਵਰ ਅਤੇ ਲੈਪਿਸ ਲਜ਼ੂਲੀ, ਸਿਲਵਰ ਦੀਆਂ ਚੂੜੀਆਂ ਬਣਦੀਆਂ ਸੀ, ਇਹਨਾਂ ਦੇ ਜੋ ਵੀ ਨੈਕਲਸ ਵਗੈਰਾ ਬਣਦੇ ਸੀ ਉਹਨਾਂ ਵਿੱਚ ਇਹ ਸਟੋਨ ਪਾਇਆ ਜਾਂਦਾ ਸੀਗਾ, ਇਸ ਤਰੀਕੇ ਨਾਲ ਸੋਨਾ ਬਣਾਇਆ ਜਾਂਦਾ ਸੀ। ਤਾਂ ਸਿਲਵਰ ਵਗੈਰਾ ਆਉਂਦਾ ਸੀਗਾ ਅਫਗਾਨਿਸਤਾਨ ਤੋਂ ਅਤੇ ਈਰਾਨ ਤੋਂ। ਤਾਂ ਅਫਗਾਨਿਸਤਾਨ ਅਤੇ ਈਰਾਨ ਤੋਂ ਲੈ ਕੇ ਆਉਂਦੇ ਸੀ ਇਹ ਚਾਂਦੀ ਅਤੇ ਲੈਪਿਸ ਲਜ਼ੂਲੀ, ਜੋ ਕਿ ਪੱਥਰ ਸੀਗਾ ਨੀਲੇ ਰੰਗ ਦਾ। ਕਾਪਰ ਆਉਂਦਾ ਸੀ ਖੇਤਰੀ ਰਾਜਸਥਾਨ ਤੋਂ ਅਤੇ ਬਲੋਚਿਸਤਾਨ ਪਾਕਿਸਤਾਨ ਤੋਂ, ਠੀਕ ਹੈ। ਕਾਪਰ ਆਉਂਦਾ ਸੀ ਖੇਤਰੀ ਰਾਜਸਥਾਨ ਤੋਂ ਅਤੇ ਬਲੋਚਿਸਤਾਨ ਪਾਕਿਸਤਾਨ ਤੋਂ। ਤਾਂ ਇਹ ਸੀਗੇ ਇਹਨਾਂ ਦੇ ਕੱਚੇ ਮਟੀਰੀਅਲ ਜਿਨ੍ਹਾਂ ਤੋਂ ਇਹ ਸਭ ਚੀਜ਼ਾਂ ਬਣਾਉਂਦੇ ਸੀਗੇ। ਨੈਕਸਟ ਅੱਗੇ ਦੇਖੋ ਹੁਣ ਕੀ ਮਿਲਿਆ। ਬੀਡ ਮੇਕਿੰਗ ਫੈਕਟਰੀ, ਮਣਕੇ ਬਣਾਉਣ ਦਾ ਕਾਰਖਾਨਾ ਮਿਲਿਆ ਕਿਸ ਜਗ੍ਹਾ ਤੋਂ, ਚਨੋਦਾਰੋ ਤੋਂ ਅਤੇ ਲੋਥਲ ਤੋਂ। ਮੇਨ ਚਨੋਦਾਰੋ ਹੈ, ਠੀਕ ਹੈ, ਚਨੋਦਾਰੋ ਮੇਨ ਯਾਦ ਰੱਖਣਾ। ਤਾਂ ਚਨੋਦਾਰੋ ਅਤੇ ਲੋਥਲ ਤੋਂ ਮਣਕੇ ਬਣਾਉਣ ਦਾ ਕਾਰਖਾਨਾ ਪਾਇਆ ਗਿਆ। ਬੀਡ ਮੇਕਿੰਗ ਫੈਕਟਰੀ ਫੰਡ ਐਟ ਚਨੋਦਾਰੋ ਐਂਡ ਲੋਥਲ। ਅਤੇ ਜੋ ਬੀਡਸ ਇਹ ਮਣਕੇ ਸੀਗੇ ਜਿਹੜੇ, ਬੀਡਸ ਵਰ ਮੇਡ ਆਫ ਕਾਰਨੇਲੀਅਨ ਐਂਡ ਸਟੀਟਾਈਟ, ਮਣਕੇ ਕਾਰਨੇਲੀਅਨ ਅਤੇ ਸਟੀਟਾਈਟ ਦੇ ਬਣੇ ਹੁੰਦੇ ਸਨ। ਡੌਕਯਾਰਡ ਲੱਭਿਆ ਗਿਆ, ਪਹਿਲਾਂ ਵੀ ਦੱਸਿਆ, ਲੋਥਲ ਦੇ ਵਿੱਚ ਭੋਗਵਾ ਨਦੀ ਦੇ ਉੱਪਰ।
ਬੋਗਵਾ ਨਦੀ ਤੇ ਲੋਥਲ ਵਿਖੇ ਡੌਕਯਾਰਡ ਜਿਹਨੂੰ ਬੰਦਰਗਾਹ ਕਹਿੰਦੇ ਆ ਉਸ ਦੀ ਖੋਜ ਕੀਤੀ ਗਈ। ਹਰ ਵਪਾਰੀ ਕੋਲ ਕੀ ਹੁੰਦੀ ਸੀ, ਆਪਣੀ ਸੀਲ ਹੁੰਦੀ ਸੀ। ਦੇਖੋ ਹੁਣ ਕੁਐਸਚਨ ਕੀ ਹੋਇਆ, ਮੈਂ ਤੁਹਾਨੂੰ ਕੀ ਦੱਸਿਆ ਕਿ ਮੈਸੋਪੋਟਾਮੀਆ ਤੇ ਇਜਿਪਟ ਦੇ ਨਾਲ ਕੀ ਹੁੰਦਾ ਸੀ, ਵਪਾਰ ਹੁੰਦਾ ਸੀ। ਪਰ ਆਪਾਂ ਨੂੰ ਕਿਵੇਂ ਪਤਾ ਲੱਗਿਆ? ਨਾ ਤਾਂ ਉਸ ਟਾਈਮ ਦੇ ਕੋਈ ਇਨਸਾਨ ਨੇਗੇ, ਨਾ ਹੀ ਉਸ ਟਾਈਮ ਦੀ ਕੋਈ ਆਪਾਂ ਨੂੰ ਲਿਟਰੇਚਰ ਮਿਲਿਆ, ਕੁਛ ਨਹੀਂ ਮਿਲਿਆ। ਆਪਾਂ ਨੂੰ ਕਿਵੇਂ ਪਤਾ ਲੱਗਿਆ ਕਿ ਮੋਹਨਜੋਦਾੜੋ ਵਰਗੇ ਇਹ ਕਿਹੜੇ ਸ਼ਹਿਰ ਸੀ ਜਾਂ ਹੜੱਪਾ ਵਰਗੀ ਇਹ ਸੱਭਿਅਤਾ ਸੀ, ਇਹ ਮੈਸੋਪੋਟਾਮੀਆ ਜਾਂ ਇਜਿਪਟ ਦੇ ਨਾਲ ਵਪਾਰ ਕਰਦੇ ਸੀ। ਤਾਂ ਉਹਦਾ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਸੀਲਜ਼, ਮੋਹਰਾਂ ਦਾ ਮਿਲਣਾ। ਕਿਉਂਕਿ ਮੈਸੋਪੋਟਾਮੀਆ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਮੋਹਰਾਂ ਆਪਾਂ ਨੂੰ ਸਿੰਧੂ ਘਾਟੀ ਸੱਭਿਅਤਾ ਦੇ ਸ਼ਹਿਰਾਂ ਵਿੱਚੋਂ ਮਿਲੀਆਂ ਨੇ। ਇਜਿਪਟ ਵਿੱਚ ਵਰਤੀਆਂ ਜਾਣ ਵਾਲੀਆਂ ਮੋਹਰਾਂ ਉਹ ਆਪਾਂ ਨੂੰ ਸਿੰਧੂ ਘਾਟੀ ਸੱਭਿਅਤਾ ਦੇ ਵਿੱਚੋਂ ਮਿਲੀਆਂ ਨੇ। ਅਤੇ ਸਿੰਧੂ ਘਾਟੀ ਸੱਭਿਅਤਾ ਵਿੱਚ ਮਿਲੀਆਂ ਜੋ ਮੋਹਰਾਂ ਸੀ, ਜੋ ਉਹਨਾਂ ਦੇ ਮਰਚੈਂਟਸ ਦੇ ਕੋਲ ਮੋਹਰ ਸੀ, ਸੀਲ ਸੀ, ਉਹ ਆਪਾਂ ਨੂੰ ਮੈਸੋਪੋਟਾਮੀਆ ਅਤੇ ਇਜਿਪਟ ਦੀ ਖੁਦਾਈ ਦੇ ਵਿੱਚੋਂ ਮਿਲੀਆਂ ਨੇ। ਤਾਂ ਮਤਲਬ ਇਹਨਾਂ ਤਿੰਨਾਂ ਸੱਭਿਅਤਾਵਾਂ ਦਾ ਆਪਸ ਵਿੱਚ ਵਪਾਰ ਸੀਗਾ, ਇਹ ਚੀਜ਼ਾਂ ਪਤਾ ਲੱਗਦੀਆਂ ਨੇ। ਤਾਂ ਮੋਹਰਾਂ ਜਿਹੜੀਆਂ ਸੀਗੀਆਂ ਉਹ ਇਸ ਤਰੀਕੇ ਨਾਲ ਸੀਗੀਆਂ। ਦੇਖੋ ਆਹ ਇੱਕ ਯੂਨੀਕੋਰਨ ਬਣਾਇਆ ਹੋਇਆ, ਮੋਹਰ ਉੱਤੇ ਯੂਨੀਕੋਰਨ ਬਣਿਆ ਹੋਇਆ ਸੀਗਾ। ਟਾਈਗਰ ਵਗੈਰਾ ਇਹ ਐਨੀਮਲ ਬਣੇ ਹੁੰਦੇ ਸੀਗੇ, ਠੀਕ ਹੈ ਜੀ। ਐਲੀਫੈਂਟ, ਬੁੱਲ, ਆਪਣਾ ਰਾਈਨੋ, ਇਹ ਬਣੇ ਹੁੰਦੇ ਸੀ। ਇਹ ਹੈਗੀ ਆਪਣੀ ਪਸ਼ੂਪਤੀ ਦੀ, ਠੀਕ ਹੈ। ਪਸ਼ੂਪਤੀ ਸੀਲ ਹੈ, ਇਹ ਮੋਸਟ ਇੰਪੋਰਟੈਂਟ ਸੀਲ ਹੈ, ਇਹ ਬਣੀ ਹੋਈ ਸੀ। ਇਹ ਪਸ਼ੂਪਤੀ ਸੀਲ, ਬੁੱਲ, ਰਾਈਨੋ, ਐਲੀਫੈਂਟ, ਟਾਈਗਰ, ਯੂਨੀਕੋਰਨ, ਇਸ ਤਰੀਕੇ ਦੇ ਐਨੀਮਲਸ ਦੀਆਂ ਫੋਟੋਆਂ ਸੀਗੀਆਂ ਇਹਨਾਂ ਦੀਆਂ ਸੀਲਸ ਦੇ ਉੱਪਰ। ਸੀਲਸ ਦੇਖੋ, ਸੀਲਸ ਜਿਹੜੀਆਂ ਮੇਨ ਹੁੰਦੀਆਂ ਸੀ ਸਕੁਏਅਰ ਹੁੰਦੀਆਂ ਸੀਗੀਆਂ, ਵਰਗਾਕਾਰ ਹੁੰਦੀਆਂ ਸੀ। ਅਤੇ ਇਹ ਯਾਦ ਰੱਖਣਾ ਕਿਸ ਦੀਆਂ ਬਣੀਆਂ ਸੀਗੀਆਂ? ਸੀਲਸ ਬਣੀਆਂ ਹੁੰਦੀਆਂ ਸੀ ਸਟੀਟਟਾਈਟ ਸਟੋਨ ਦੀਆਂ। ਸਟੀਟਟਾਈਟ ਸਟੋਨ ਦੀਆਂ ਇਹ ਬਣੀਆਂ ਹੁੰਦੀਆਂ ਸੀ। ਇਹਨਾਂ ਦੇ ਉੱਤੇ ਫੋਟੋਜ਼ ਹੁੰਦੀਆਂ ਸੀ ਕਿਹਦੀਆਂ? ਵਨ ਹੌਰਨਡ ਬੁੱਲ ਦੀਆਂ, ਜਿਹਨੂੰ ਯੂਨੀਕਰਨ ਕਹਿ ਦਿੰਦੇ ਹੋ, ਬਫੈਲੋ ਦੀਆਂ, ਟਾਈਗਰ, ਰਾਈਨੋ, ਗੋਟ, ਐਲੀਫੈਂਟ। ਤਾਂ ਇੱਕ ਸਿੰਘ ਵਾਲੇ ਬਲਦ ਦੀ, ਮੱਝ ਦੀ, ਬਾਗ ਦੀ, ਗੈਂਡੇ ਦੀ, ਬੱਕਰੀ ਅਤੇ ਹਾਥੀ, ਇਹਨਾਂ ਸਭ ਦੀਆਂ ਫੋਟੋਜ਼ ਮਿਲੀਆਂ ਨੇਗੀਆਂ ਸੀਲਸ ਦੇ ਉੱਤੇ। ਸੀਲਸ ਕੀ ਕਰਦੀਆਂ ਸੀ? ਇਹ ਓਨਰਸ਼ਿਪ ਨੂੰ, ਕਿ ਇਹ ਚੀਜ਼ ਕਿਸ ਦੀ ਹੈ, ਕਿਸ ਨਾਲ ਸੰਬੰਧਿਤ ਹੈ, ਉਸ ਦੀ ਓਨਰਸ਼ਿਪ ਨੂੰ ਕੀ ਕਰਦੀਆਂ ਸੀ? ਮਾਰਕ ਕਰਦੀਆਂ ਸੀਗੀਆਂ ਕਿ ਇਹ ਇਸ ਬੰਦੇ ਦੀ ਪ੍ਰੋਪਰਟੀ ਹੈ ਜੀ, ਤਾਂ ਇਸ ਬੰਦੇ ਨਾਲ ਹੀ ਇਸ ਦਾ ਸੰਬੰਧ ਹੈ। ਤਾਂ ਸੀਲਸ ਯਾਦ ਰੱਖਣੀਆਂ ਨੇ। ਮੇਨ ਪੁੱਛਿਆ ਜਾਂਦਾ ਕਿਸ ਦੀਆਂ ਬਣੀਆਂ ਹੁੰਦੀਆਂ ਨੇ? ਸਟੀਟਟਾਈਟ ਦੀਆਂ। ਕਈ ਵਾਰ ਆ ਪੁੱਛ ਲੈਂਦੇ ਉਸ 'ਚ ਕਿਹਦੀ ਫੋਟੋ ਸੀ ਹੁੰਦੀ ਹੈ, ਤਾਂ ਇਹਨਾਂ ਬਾਰੇ ਯਾਦ ਰੱਖਿਓ। ਹੁਣ ਦੇਖੋ ਨੋਟ, ਸੀਲਸ ਉੱਤੇ ਕੁਐਸਚਨ ਨਹੀਂ ਆਉਂਦਾ। ਮੈਸੋਪੋਟਾਮੀਆ ਸੀਲਸ, ਮੈਂ ਤੁਹਾਨੂੰ ਦੱਸਿਆ ਕਿ ਮੈਸੋਪੋਟਾਮੀਆ ਇਜਿਪਟ ਵਰਗਿਆਂ ਦੀਆਂ ਸੀਲਸ ਆਪਣੇ ਮਿਲੀਆਂ ਨੇ। ਤਾਂ ਕੁਐਸਚਨ ਕੀ ਆਊਗਾ? ਮੈਸੋਪੋਟਾਮੀਆ ਸੀਲਸ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਕਿਸੇ ਸ਼ਹਿਰ 'ਚੋਂ ਮਿਲੀਆਂ ਨੇ। ਤਾਂ ਮੈਸੋਪੋਟਾਮੀਆ ਸੀਲਸ ਮਿਲੀਆਂ ਨੇ ਮੋਹਨਜੋਦਾੜੋ ਦੇ ਵਿੱਚੋਂ ਅਤੇ ਕਾਲੀਬੰਗਾਂ ਦੇ ਵਿੱਚੋਂ। ਮੈਸੋਪੋਟਾਮੀਆ ਦੀਆਂ ਮੋਹਰਾਂ ਮੋਹਨਜੋਦਾੜੋ ਅਤੇ ਕਾਲੀਬੰਗਾਂ ਤੋਂ ਮਿਲੀਆਂ ਸਨ। ਪਰਸ਼ੀਅਨ ਸੀਲ, ਪਰਸ਼ੀਅਨ ਸੀਲ ਮਿਲੀ ਆਪਾਂ ਨੂੰ ਲੋਥਲ ਤੋਂ। ਫਾਰਸ ਦੀ, ਠੀਕ ਹੈ ਜੀ, ਫਾਰਸੀ ਮੋਹਰ ਆਪਾਂ ਨੂੰ ਲੋਥਲ ਤੋਂ ਮਿਲੀ ਹੈ। ਸਭ ਤੋਂ ਇੰਪੋਰਟੈਂਟ ਸੀਲ ਸੀ ਇਹਨਾਂ ਦੀ ਪਸ਼ੂਪਤੀ ਸੀਲ, ਜਿਹੜੀ ਹੁਣੀ ਪਿੱਛੇ ਆਪਾਂ ਨੇ ਦੇਖੀ ਹੈ। ਪਸ਼ੂਪਤੀ ਸੀਲ ਆਹ ਵਾਲੀ ਜੀ, ਆਹ ਵਾਲੀ ਸੀਲ ਕੀ ਹੈ? ਪਸ਼ੂਪਤੀ ਸੀਲ ਹੈ। ਇਹ ਸਭ ਤੋਂ ਇੰਪੋਰਟੈਂਟ ਸੀਲ ਸੀਗੀ। ਮੈਸੋਪੋਟਾਮੀਆ ਦੇ ਲੋਕ ਸਿੰਧੂ ਘਾਟੀ ਦੇ ਲੋਕਾਂ ਨੂੰ ਮੈਲੂਹਾ ਦੇ ਨਾਮ ਨਾਲ ਜਾਣਦੇ ਸੀਗੇ। ਮੈਸੋਪੋਟਾਮੀਆ ਦੇ ਲੋਕ ਸਿੰਧੂ ਦੇ ਲੋਕਾਂ ਨੂੰ ਮੈਲੂਹਾ ਕਹਿੰਦੇ ਸਨ। ਮੈਸੋਪੋਟਾਮੀਆ ਪੀਪਲ ਕਾਲਡ ਇੰਡਸ ਪੀਪਲ ਮੈਲੂਹਾ, ਇਹ ਯਾਦ ਰੱਖਣਾ। ਇੰਡਸ ਵੈਲੀ ਸਿਵਲਾਈਜੇਸ਼ਨ ਪੀਪਲ ਟਰੇਡ ਕਰਦੇ ਸੀ ਕਿਸ ਦੇ ਨਾਲ? ਮੈਸੋਪੋਟਾਮੀਆ ਨਾਲ। ਸੁਮੇਰ ਅੱਜ ਦਾ ਕੀ ਹੈ? ਦੱਖਣੀ ਇਰਾਕ ਹੈ, ਸਾਊਥ ਇਰਾਕ। ਇਜਿਪਟ ਅਤੇ ਬੁਹਰਾਨ, ਇਹਨਾਂ ਦੇ ਨਾਲ ਕੀ ਕਰਦਾ ਸੀ? ਵਪਾਰ ਕੀਤਾ ਜਾਂਦਾ ਸੀ। ਤਾਂ ਇੰਡਸ ਵੈਲੀ, ਇਹ ਸਭ ਕੁਝ ਯਾਦ ਰੱਖਣਾ ਜੀ। ਤਾਂ ਮੈਸੋਪੋਟਾਮੀਆ ਸੀਲਸ ਮੋਹਰਾਂ ਮੋਹਨਜੋਦਾੜੋ ਕਾਲੀਬੰਗਾ 'ਚੋਂ ਮਿਲੀਆਂ। ਪਰਸ਼ੀਅਨ ਸੀਲਸ ਲੋਥਲ ਤੋਂ ਮਿਲੀਆਂ। ਸਭ ਤੋਂ ਇੰਪੋਰਟੈਂਟ ਸੀਲ ਸੀ ਪਸ਼ੂਪਤੀ ਸੀਲ। ਮੈਸੋਪੋਟਾਮੀਆ ਦੇ ਲੋਕ ਇੰਡਸ ਵੈਲੀ ਦੇ ਲੋਕਾਂ ਨੂੰ ਮੈਲੂਹਾ ਕਹਿੰਦੇ ਸੀ। ਅਤੇ ਸਿੰਧੂ ਘਾਟੀ ਦੇ ਲੋਕ ਕਿਹਦੇ ਨਾਲ ਵਪਾਰ ਕਰਦੇ ਸੀ? ਮੈਸੋਪੋਟਾਮੀਆ ਨਾਲ, ਸੁਮੇਰ ਨਾਲ, ਇਜਿਪਟ ਅਤੇ ਬੁਹਰਾਨ ਨਾਲ। ਇੱਕ ਹੋਰ ਯਾਦ ਰੱਖਣੀ ਆ, ਜੋ ਗਰੀਕ ਦੇ ਲੋਕ ਸੀਗੇ, ਠੀਕ ਹੈ, ਉਹ ਕਾਟਨ ਨੂੰ ਕਿਸ ਨਾਮ ਨਾਲ ਜਾਣਦੇ ਸੀ? ਸਿੰਡੋਨ ਦੇ ਨਾਮ ਨਾਲ। ਸਿੰਡੋਨ। ਤਾਂ ਕਾਟਨ ਨੂੰ ਕੀ ਕਿਹਾ ਜਾਂਦਾ ਗਰੀਕ ਦੇ ਲੋਕਾਂ ਵੱਲੋਂ? ਸਿੰਡੋਨ। ਸਿੰਡੋਨ ਕਿਉਂ ਕਹਿੰਦੇ ਨੇ? ਕਿਉਂਕਿ ਇਹਦੀ ਓਰੀਜਨ ਹੋਈ ਆ, ਓਰੀਜਨ ਫਰੋਮ ਸਿੰਧ, ਕਿਉਂਕਿ ਇਹ ਸਿੰਧ ਤੋਂ ਵਿੱਚੋਂ ਪੈਦਾ ਹੋਈ ਹੈ। ਤਾਂ ਸਿੰਧ ਦੇ ਵਿੱਚੋਂ ਓਰੀਜਨ ਹੋਣ ਕਰਕੇ ਇਸ ਦਾ ਨਾਮ ਕੀ ਪਿਆ? ਸਿੰਡੋਨ। ਤਾਂ ਕਾਟਨ ਨੂੰ ਗਰੀਕ ਲੋਕ ਕੀ ਕਹਿੰਦੇ ਨੇ? ਸਿੰਡੋਨ ਕਹਿੰਦੇ ਨੇ। ਤਾਂ ਆਈ ਹੋਪ ਕਿ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ। ਇਹ ਸੀਗਾ ਆਪਣਾ ਅੱਜ ਦਾ ਸਾਰਾ ਲੈਕਚਰ ਇੰਡਸ ਵੈਲੀ ਸਿਵਲਾਈਜੇਸ਼ਨ ਦੇ, ਠੀਕ ਹੈ ਜੀ, ਇਕੋਨਮੀ ਬਾਰੇ, ਇਹਦੀਆਂ ਸਾਈਟਸ ਬਾਰੇ। ਅੱਗੇ ਆਪਾਂ ਕਵਰ ਕਰਾਂਗੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਹੋਰ ਫੈਕਟ। ਤਾਂ ਜੀ, ਤਾਂ ਲਗਭਗ ਇੱਕ ਹੋਰ ਜਾਂ ਦੋ ਹੋਰ ਲੈਕਚਰਸ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਤੁਹਾਡੀ ਕੰਪਲੀਟ ਹੋ ਜੂਗੀ। ਤਾਂ ਮਿਲਦੇ ਹਾਂ ਆਪਾਂ ਨੈਕਸਟ ਲੈਕਚਰ ਦੇ ਵਿੱਚ। ਤਦ ਤੱਕ ਆਪਣਾ ਧਿਆਨ ਰੱਖੋ, ਠੀਕ ਹੈ ਜੀ।
ਰੱਬ ਰਾਖਾ। ਤੇ ਲੈਕਚਰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਲੈਕਚਰ ਨੂੰ ਵੀ ਮੈਂ ਫ੍ਰੀ ਰੱਖੂँਗਾ YouTube ਦੇ ਉੱਤੇ, ਤਾਂ ਆਪਣੇ ਫਰੈਂਡਸ ਦੇ ਨਾਲ ਇਸ ਨੂੰ ਸ਼ੇਅਰ ਕਰਿਓ, ਠੀਕ ਹੈ ਜੀ। ਅਤੇ ਤੁਸੀਂ ਪਹਿਲੇ ਦੇ 3 ਲੈਕਚਰ ਵੀ ਦੇਖ ਸਕਦੇ ਹੋ ਸਾਡੇ YouTube ਚੈਨਲ ਦੇ ਉੱਤੇ। ਅਤੇ ਜਾਂਦੇ ਜਾਂਦੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਅਤੇ ਆਪਣੇ ਫਰੈਂਡਸ ਦੇ ਕੋਲੋਂ ਵੀ ਇਸ ਨੂੰ ਸਬਸਕ੍ਰਾਈਬ ਕਰਵਾਓ। ਤਾਂ ਮਿਲਦੇ ਹਾਂ ਜੀ ਨੈਕਸਟ ਲੈਕਚਰ ਦੇ ਵਿੱਚ।